ਅੱਜ ਆਓ ਅਸੀਂ ਸ਼ੈਤਾਨ ਸਬਤ ਦੇ ਦਿਨ ਨੂੰ ਨਸ਼ਟ ਕਿਉਂ ਕਰਨਾ ਚਾਹੁੰਦਾ ਸੀ, ਉਪਦੇਸ਼ ਸਿਰਲੇਖ ਨਾਲ ਬਾਈਬਲ ਦੀਆਂ ਸਿੱਖਿਆਵਾਂ ਦਾ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਪਰਮੇਸ਼ਵਰ ਦੇ ਸਾਰੇ ਨਿਯਮ ਸਾਨੂੰ ਇਹ ਸਿਖਾਉਂਦੇ ਹਨ ਕਿ ਕਿਵੇਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦਾ ਡਰ ਮੰਨਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਸ਼ੈਤਾਨ ਕਦੇ ਵੀ ਨਹੀਂ ਚਾਹੁੰਦਾ ਕਿ ਅਸੀਂ ਪਰਮੇਸ਼ਵਰ ਦੇ ਉਹਨਾਂ ਹੁਕਮਾਂ ਦਾ ਪਾਲਨ ਕਰੀਏ ਜਿਨ੍ਹਾਂ ਦੇ ਦੁਆਰਾ ਅਸੀਂ ਪਰਮੇਸ਼ਵਰ ਦਾ ਡਰ ਮੰਨਦੇ ਹਾਂ। ਦਾਨੀਏਲ ਅਧਿਆਇ 7 ਵਿੱਚ ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਸ਼ੈਤਾਨ ਉਹ ਹੈ ਜਿਹੜਾ ਅਤ ਮਹਾਨ ਦੇ ਵਿਰੁੱਧ ਖੜਾ ਹੈ। ਇਸ ਦੇ ਇਲਾਵਾ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਵਿੱਚ ਦਰਜ ਰਿਕਾਰਡ ਉੱਤੇ ਇੱਕ ਨਜ਼ਰ ਪਾਈਏ ਤਦ ਇਹ ਉਹੀ ਹੈ ਜਿਹੜਾ ਪਰਮੇਸ਼ਵਰ ਦੇ ਲੋਕਾਂ ਉੱਤੇ ਅਤਿਆਚਾਰ ਕਰਦਾ ਹੈ। ਇੱਕ ਉਪਾਅ ਜਿਹੜਾ ਉਸਨੇ ਬਣਾਇਆ ਉਹ ਸਬਤ ਦੇ ਦਿਨ ਨੂੰ ਨਸ਼ਟ ਕਰਨਾ ਸੀ। ਸ਼ੈਤਾਨ ਸਬਤ ਦੇ ਦਿਨ ਨੂੰ ਨਸ਼ਟ ਕਿਉਂ ਕਰਨਾ ਚਾਹੁੰਦਾ ਸੀ? ਸਾਰੇ ਲੋਕੋ, ਸਬਤ ਦਾ ਦਿਨ ਸਿਰਜਣਹਾਰ ਦੀ ਸਮਰੱਥ ਨੂੰ ਯਾਦ ਕਰਨ ਦਾ ਦਿਨ ਹੈ। ਸਾਰੀ ਮਨੁੱਖ ਜਾਤੀ ਨੂੰ ਸਿਰਜਣਹਾਰ ਦੀ ਸ਼ਕਤੀ ਨੂੰ ਯਾਦ ਕਰਨ ਲਈ ਪਰਮੇਸ਼ਵਰ ਦੀ ਉਪਾਸਨਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਉਹ ਐਲੋਹਿਮ ਪਰਮੇਸ਼ਵਰ ਮਤਲਬ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਬਾਰੇ ਜਾਣ ਸਕਦੇ ਹਨ, ਜਿਨ੍ਹਾਂ ਨੇ ਸਵਰਗ ਅਤੇ ਧਰਤੀ ਉੱਤੇ ਉਸ ਵਿੱਚ ਸਭ ਕੁਝ ਬਣਾਇਆ। ਪਰ ਸ਼ੈਤਾਨ ਨਹੀਂ ਚਾਹੁੰਦਾ ਸੀ ਕਿ ਅਜਿਹਾ ਬਿਲਕੁਲ ਵੀ ਹੋਵੇ, ਕਿਉਂਕਿ ਉਹ ਇਹ ਨਹੀਂ ਚਾਹੁੰਦਾ ਸੀ। ਉਸਨੇ ਕੀ ਕੀਤਾ? ਉਸਨੇ ਸਬਤ ਦੇ ਦਿਨ ਨੂੰ ਐਤਵਾਰ ਵਿੱਚ ਬਦਲ ਦਿੱਤਾ, ਜੋ ਕਿ ਸੂਰਜ ਦੇਵਤਾ ਦੀ ਉਪਾਸਨਾ ਕਰਨ ਲਈ ਸਥਾਪਿਤ ਕੀਤਾ ਗਿਆ ਸੀ, ਤਾਂ ਜੋ ਲੋਕ ਸਬਤ ਦੇ ਦਿਨ ਨੂੰ ਨਾ ਮਨਾ ਸਕਣ। ਇਸ ਤਰ੍ਹਾਂ ਸ਼ੈਤਾਨ ਸਾਰੀ ਮਨੁੱਖ ਜਾਤੀ ਨੂੰ ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਬਜਾਏ ਸੂਰਜ ਦੇਵਤਾ ਦੀ ਉਪਾਸਨਾ ਕਰਨ ਲਈ ਭਰਮਾ ਰਿਹਾ ਹੈ। ਜਿਵੇਂ ਜਿਵੇਂ ਮੁਕਤੀ ਦਾ ਦਿਨ ਨੇੜੇ ਆ ਰਿਹਾ ਸੀ, ਸਵਰਗੇ ਪਿਤਾ ਅਤੇ ਸਵਰਗੇ ਮਾਤਾ ਜੀ ਪੂਰੀ ਮਨੁੱਖ ਜਾਤੀ ਨੂੰ ਸੂਰਜ ਦੇਵਤਾ ਦੀ ਉਪਾਸਨਾ ਕਰਦੇ ਹੋਏ ਨਹੀਂ ਦੇਖ ਸਕਦੇ ਸੀ। ਇਹੀ ਕਾਰਨ ਹੈ ਕਿ ਪਰਮੇਸ਼ਵਰ ਨੇ ਮਤੀ ਅਧਿਆਇ 24 ਵਿੱਚ ਭਵਿੱਖਬਾਣੀ ਕੀਤੀ ਕਿ ਜਦੋਂ ਹੰਜੀਰ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ, ਉਦੋਂ ਉਹ ਆਣਗੇ। ਪਰਮੇਸ਼ਵਰ ਦੇ ਸੱਚੇ ਲੋਕਾਂ ਦੇ ਰੂਪ ਵਿੱਚ ਜਦੋਂ ਵੀ ਸ਼ਨੀਵਾਰ ਆਉਂਦਾ ਹੈ, ਸਾਨੂੰ ਸਿਰਫ ਇਹ ਨਹੀਂ ਸੋਚਣਾ ਚਾਹੀਦਾ, ਉਹ ਮੈਨੂੰ ਲੱਗਦਾ ਹੈ ਕਿ ਅੱਜ ਸਬਤ ਹੈ। ਇਸ ਦੇ ਬਜਾਏ ਜਦੋਂ ਵੀ ਅਸੀਂ ਸਬਤ ਦਾ ਦਿਨ ਮਨਾਉਂਦੇ ਹਾਂ ਤਾਂ ਸਾਡੇ ਕੋਲ ਦ੍ਰਿੜ ਇਰਾਦਾ ਹੋਣਾ ਚਾਹੀਦਾ ਹੈ, ਅੱਜ ਸਿਰਜਣਹਾਰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਉਪਾਸਨਾ ਕਰਨ ਦਾ ਦਿਨ ਹੈ। ਮੈਂ ਕਦੇ ਵੀ ਹੋਰ ਦੇਵਤਿਆਂ ਦੀ ਉਪਾਸਨਾ ਨਹੀਂ ਕਰਾਂਗਾ, ਮੈਂ ਸਿਰਫ ਸੱਚੇ ਪਰਮੇਸ਼ਵਰ ਦੀ ਉਪਾਸਨਾ ਕਰਾਂਗਾ, ਜਿਨ੍ਹਾਂ ਨੇ ਆਕਾਸ਼ ਅਤੇ ਧਰਤੀ ਅਤੇ ਉਸ ਵਿੱਚ ਸਭ ਕੁਝ ਬਣਾਇਆ। ਦਾਊਦ ਨੂੰ ਅਸਲ ਵਿੱਚ ਇਸ ਗੱਲ ਦੀ ਸਹੀ ਸਮਝ ਸੀ ਕਿ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਆਪਣੇ ਹੁਕਮ ਕਿਉਂ ਦਿੱਤੇ। ਇਹੀ ਕਾਰਨ ਹੈ ਕਿ ਬਾਈਬਲ ਵਿੱਚ ਦਰਜ ਕੀਤਾ ਗਿਆ ਕਿ ਦਾਊਦ ਨੇ ਪਰਮੇਸ਼ਵਰ ਦੇ ਹੁਕਮਾਂ ਨੂੰ ਸ਼ੁੱਧ ਸੋਨੇ ਨਾਲੋਂ ਜ਼ਿਆਦਾ ਕੀਮਤੀ ਅਤੇ ਬਟਮੁੱਲਾ ਮੰਨਿਆ। ਸਾਨੂੰ ਸਿਰਫ ਇਹ ਨਹੀਂ ਸੋਚਣਾ ਚਾਹੀਦਾ, ਸਬਤ ਦਾ ਦਿਨ ਹਫ਼ਤੇ ਦਾ 7ਵਾਂ ਦਿਨ ਸ਼ਨੀਵਾਰ ਹੈ ਅਤੇ ਪਰਮੇਸ਼ਵਰ ਨੇ ਸਾਨੂੰ ਇਸ ਦਿਨ ਨੂੰ ਆਸ਼ੀਸ਼ ਦੇਣ ਦਾ ਵਾਅਦਾ ਕੀਤਾ ਹੈ। ਜੇਕਰ ਸਬਤ ਦਾ ਦਿਨ ਘੱਟ ਮਹੱਤਤਾ ਵਾਲਾ ਇੱਕ ਸਧਾਰਨ ਦਿਨ ਹੁੰਦਾ ਤਾਂ ਸ਼ੈਤਾਨ ਨੇ ਹਜ਼ਾਰਾਂ ਸਾਲਾਂ ਤੱਕ ਸਾਰੀ ਮਨੁੱਖ ਜਾਤੀ ਨੂੰ ਭਰਮਾਉਣ ਲਈ ਇੰਨੀ ਜ਼ਿਆਦਾ ਕੋਸ਼ਿਸ਼ ਕਿਉਂ ਕੀਤੀ? ਉਹ ਸਬਤ ਅਤੇ ਪਸਾਹ ਸਮੇਤ ਪਰਮੇਸ਼ਵਰ ਦੇ ਸਾਰੇ ਹੁਕਮਾਂ ਨੂੰ ਮਿਟਾਉਣ ਲਈ ਇੰਨੀ ਜ਼ਿਆਦਾ ਮਿਹਨਤ ਕਿਉਂ ਕਰਦਾ? ਇਸ ਦਾ ਜਵਾਬ ਜ਼ਬੂਰਾਂ ਦੀ ਪੋਥੀ ਦੀ ਕਿਤਾਬ ਅਧਿਆਇ 119 ਵਚਨ 127 ਵਿੱਚ ਪਾਇਆ ਜਾ ਸਕਦਾ ਹੈ। ਇਸ ਲਈ ਮੈਂ ਤੇਰੇ ਹੁਕਮਾਂ ਨਾਲ ਸੋਨੇ ਸਗੋਂ ਕੁੰਦਨ ਸੋਨੇ ਨਾਲੋਂ ਵੱਧ ਪ੍ਰੀਤ ਰੱਖਦਾ ਹਾਂ। ਇਸ ਲਈ ਮੈਂ ਤੇਰੇ ਸਾਰੇ ਫਰਮਾਨ ਠੀਕ ਸਮਝਦਾ ਹਾਂ ਅਤੇ ਹਰ ਝੂਠੇ ਮਾਰਗ ਤੋਂ ਘਿਣ ਕਰਦਾ ਹਾਂ। ਪਰਮੇਸ਼ਵਰ ਨੇ ਦਾਊਦ ਦੇ ਬਾਰੇ ਕਿਹਾ, ਮੈਂ ਯੈਸੀ ਦੇ ਪੁੱਤਰ ਦਾਊਦ ਨੂੰ ਆਪਣੇ ਮਨ ਭਾਉਂਦਾ ਇੱਕ ਮਨੁੱਖ ਲੱਭਿਆ। ਜੇਕਰ ਅਸੀਂ ਦਾਊਦ ਦੀ ਤਰ੍ਹਾਂ ਆਪਣੇ ਅੰਦਰ ਦੇ ਵਿਸ਼ਵਾਸ ਨੂੰ ਮਜ਼ਬੂਤ ਕਰੀਏ ਤਾਂ ਕਿ ਪਰਮੇਸ਼ਵਰ ਸਾਨੂੰ ਵੀ ਇਹ ਨਹੀਂ ਕਹਿਣਗੇ ਕਿ ਅਸੀਂ ਵੀ ਪਰਮੇਸ਼ਵਰ ਦੇ ਮਨ ਦੇ ਅਨੁਸਾਰ ਮਨੁੱਖ ਹਾਂ। ਦਾਊਦ ਨੇ ਪਰਮੇਸ਼ਵਰ ਦੇ ਹੁਕਮਾਂ ਨੂੰ ਕਿੰਨਾ ਮਹੱਤਵ ਦਿੱਤਾ ਅਤੇ ਉਹਨਾਂ ਨੂੰ ਕਿੰਨਾ ਜ਼ਿਆਦਾ ਮੰਨਿਆ। ਉਸਨੇ ਕਿਹਾ ਕਿ ਉਹ ਉਹਨਾਂ ਨੂੰ ਸ਼ੁੱਧ ਸੋਨੇ ਤੋਂ ਵੀ ਵੱਡਾ ਮੰਨਦਾ ਹੈ, ਜਿਹੜੇ ਕਿ ਖਜ਼ਾਨੇ ਹਨ, ਜਿਸ ਨੂੰ ਇਸ ਸੰਸਾਰ ਦੇ ਲੋਕ ਸਭ ਤੋਂ ਜ਼ਿਆਦਾ ਕੀਮਤੀ ਮੰਨਦੇ ਹਨ। ਕੁਝ ਲੋਕ ਆਪਣੇ ਆਪ ਤੋਂ ਪੁੱਛ ਸਕਦੇ ਹਨ, ਇਸ ਤਰ੍ਹਾਂ ਕਿਉਂ ਹੈ? ਅਸੀਂ ਸਬਤ ਅਤੇ ਪਸਾਹ ਮਨਾਉਂਦੇ ਹਾਂ, ਅਸੀਂ ਦਸਵੰਧ ਵਿੱਚ ਕਿਉਂ ਭਾਗ ਲੈਂਦੇ ਹਾਂ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਲਈ ਕੋਸ਼ਿਸ਼ ਕਿਉਂ ਕਰਦੇ ਹਾਂ, ਅਤੇ ਇਸ ਤਰ੍ਹਾਂ ਕਿਉਂ ਹੈ ਅਸੀਂ ਪਰਮੇਸ਼ਵਰ ਦੀ ਵਿਧੀਆਂ, ਵਿਵਸਥਾ ਅਤੇ ਨਿਯਮਾਂ ਨੂੰ ਕੀਮਤੀ ਮੰਨਦੇ ਹਾਂ? ਕੀ ਏਦਾਂ ਇਸ ਲਈ ਕਿਉਂ ਅਸੀਂ ਕਾਨੂੰਨਵਾਦੀ ਹਾਂ? ਨਹੀਂ, ਅਜਿਹਾ ਇਸ ਲਈ ਨਹੀਂ ਹੈ, ਬਲਕਿ ਇਸ ਗੱਲ ਦੀ ਸੱਚਾਈ ਇਹ ਹੈ ਕਿ ਇਹ ਪਰਛਾਵਾਂ ਹੈ ਕਿ ਅਸੀਂ ਪਰਮੇਸ਼ਵਰ ਦਾ ਕਿੰਨਾ ਡਰ ਮੰਨਦੇ ਅਤੇ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ। ਆਓ ਜ਼ਬੂਰਾਂ ਦੀ ਪੋਥੀ ਦੀ ਕਿਤਾਬ ਅਧਿਆਇ 50 ਵਚਨ 1 ਉੱਤੇ ਨਜ਼ਰ ਪਾਈਏ। ਸ਼ਕਤੀਮਾਨ ਪਰਮੇਸ਼ਵਰ ਯਹੋਵਾ ਬੋਲਿਆ ਹੈ ਅਤੇ ਉਸਨੇ ਸੂਰਜ ਦੇ ਚੜ੍ਹਦੇ ਤੋਂ ਉਹਦੇ ਲਹਿੰਦੇ ਤੀਕਰ ਧਰਤੀ ਨੂੰ ਸੱਦਿਆ ਹੈ।
ਸਿਯੋਨ ਵਿੱਚੋਂ ਜਿਹੜਾ ਸੁਹੱਪਣ ਦਾ ਪੂਰਾ ਹੈ ਪਰਮੇਸ਼ਵਰ ਚਮਕਿਆ। ਸਾਡਾ ਪਰਮੇਸ਼ਵਰ ਆਵੇ ਅਤੇ ਚੁੱਪ ਨਾ ਰਹੇ। ਅੱਗ ਉਹਦੇ ਅੱਗੇ ਅੱਗੇ ਭਸਮ ਕਰਦੀ ਹੈ ਅਤੇ ਉਹਦੇ ਆਲੇ ਦੁਆਲੇ ਹਨੇਰੀ ਜ਼ੋਰ ਨਾਲ ਵਗਦੀ ਹੈ। ਉਹ ਆਕਾਸ਼ ਨੂੰ ਉਤਾਹਾਂ ਪੁਕਾਰਦਾ ਹੈ ਅਤੇ ਧਰਤੀ ਨੂੰ ਵੀ, ਭਈ ਉਹ ਆਪਣੀ ਪ੍ਰਜਾ ਦਾ ਨਿਆਂ ਕਰੇ। ਮੇਰੇ ਸੰਤਾਂ ਨੂੰ, ਮਤਲਬ ਮੇਰੇ ਪਵਿੱਤਰ ਲੋਕਾਂ ਨੂੰ ਮੇਰੇ ਕੋਲ ਇਕੱਠਿਆ ਕਰੋ, ਜਿਨ੍ਹਾਂ ਮੇਰੇ ਨਾਲ ਬਲੀਦਾਨ ਦੇ ਰਾਹੀਂ ਨੇਮ ਬੰਨਿਆ ਹੈ। ਪਰਮੇਸ਼ਵਰ ਦੇ ਲੋਕ ਉਹ ਹਨ ਜਿਨ੍ਹਾਂ ਨੇ ਪਰਮੇਸ਼ਵਰ ਦੇ ਹੁਕਮਾਂ ਅਤੇ ਨਿਯਮਾਂ ਦਾ ਪਾਲਨ ਕਰਕੇ ਉਹਨਾਂ ਦੇ ਨਾਲ ਨੇਮ ਬੰਨਿਆ ਹੈ। ਪਰਮੇਸ਼ਵਰ ਨੇ ਕਿਹਾ, ਉਹਨਾਂ ਸਾਰੇ ਲੋਕਾਂ ਨੂੰ ਮੇਰੇ ਕੋਲ ਇਕੱਠਿਆਂ ਕਰੋ। ਸਾਰੇ ਲੋਕੋ, ਤੁਹਾਨੂੰ ਕੀ ਲੱਗਦਾ ਹੈ ਕਿ ਸ਼ੈਤਾਨ ਸਬਤ ਦੇ ਦਿਨ ਨੂੰ ਨਸ਼ਟ ਕਰਨਾ ਕਿਉਂ ਚਾਹੁੰਦਾ ਸੀ? ਸਵਰਗ ਵਿੱਚ ਸ਼ੈਤਾਨ ਮੁਖੀ ਸੀ, ਜਿਸ ਨੇ ਸਾਰੀ ਮਨੁੱਖ ਜਾਤੀ ਨੂੰ ਭਰਮਾ ਕੇ ਉਹਨਾਂ ਦੀ ਪਾਪ ਵੱਲ ਅਗਵਾਈ ਕਰਕੇ ਉਹਨਾਂ ਨੂੰ ਪਰਮੇਸ਼ਵਰ ਤੋਂ ਦੂਰ ਕਰ ਦਿੱਤਾ। ਆਖਿਰਕਾਰ ਇਹੀ ਕਾਰਨ ਸੀ ਕਿ ਅਸੀਂ ਸਵਰਗ ਤੋਂ ਕੱਢ ਦਿੱਤੇ ਗਏ ਅਤੇ ਇਸ ਧਰਤੀ ਉੱਤੇ ਸੁੱਟ ਦਿੱਤੇ ਗਏ। ਪਰਮੇਸ਼ਵਰ ਨੇ ਇੱਕ ਵਾਰ ਫਿਰ ਸਾਡੇ ਲਈ ਆਪਣੀ ਵਿਵਸਥਾ ਅਤੇ ਨਿਯਮਾਂ ਨੂੰ ਮੰਨਣ ਦਾ ਰਾਹ ਖੋਲ੍ਹ ਦਿੱਤਾ। ਇਹਨਾਂ ਵਿਵਸਥਾਵਾਂ ਅਤੇ ਹੁਕਮਾਂ ਦੇ ਦੁਆਰਾ ਪਰਮੇਸ਼ਵਰ ਸਾਨੂੰ ਤੋਬਾ ਕਰਨ ਦਾ ਮੌਕਾ ਦਿੰਦੇ ਹਨ। ਜੇਕਰ ਪਰਮੇਸ਼ਵਰ ਦੇ ਲੋਕ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਣ ਦੇ ਦੁਆਰਾ ਪਰਮੇਸ਼ਵਰ ਦੀ ਇੱਛਾ ਦਾ ਪਾਲਨ ਕਰਦੇ ਹਨ, ਫਿਰ ਉਹ ਪੂਰੀ ਤੋਬਾ ਕਰਨ ਵਿੱਚ ਕਾਬਿਲ ਹੋਣਗੇ ਅਤੇ ਆਖਿਰਕਾਰ ਉਹ ਇੱਕ ਵਾਰ ਫਿਰ ਪਰਮੇਸ਼ਵਰ ਦੇ ਨੇੜੇ ਆ ਸਕਦੇ ਹਨ। ਸ਼ੈਤਾਨ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਇਸ ਲਈ ਪਰਮੇਸ਼ਵਰ ਦੇ ਲੋਕਾਂ ਲਈ ਇਸ ਨੂੰ ਪੂਰਾ ਕਰਨ ਦੇ ਰਾਸਤੇ ਨੂੰ ਰੋਕਣ ਲਈ ਉਸ ਨੂੰ ਕੀ ਕਰਨਾ ਪਿਆ? ਉਸਨੇ ਪਰਮੇਸ਼ਵਰ ਦੁਆਰਾ ਸਥਾਪਿਤ ਵਿਵਸਥਾ ਨੂੰ ਬਦਲਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ। ਉਸਨੇ ਅਜਿਹਾ ਸਾਰੀ ਮਨੁੱਖ ਜਾਤੀ ਨੂੰ ਪਰਮੇਸ਼ਵਰ ਦੇ ਨਿਯਮਾਂ ਦਾ ਪਾਲਨ ਕਰਨ ਤੋਂ ਰੋਕਣ ਲਈ ਕੀਤਾ। ਇਸ ਕਾਰਨ ਕਰਕੇ ਸਬਤ ਦਾ ਦਿਨ ਗਾਇਬ ਹੋ ਗਿਆ ਅਤੇ ਉਸ ਨੂੰ ਐਤਵਾਰ ਦੀ ਉਪਾਸਨਾ ਵਿੱਚ ਬਦਲ ਦਿੱਤਾ ਗਿਆ। ਪਸਾਹ ਵੀ ਗਾਇਬ ਹੋ ਗਿਆ ਅਤੇ ਉਸ ਨੂੰ ਕ੍ਰਿਸਮਸ ਵਿੱਚ ਬਦਲ ਦਿੱਤਾ ਗਿਆ। ਉਸ ਤੋਂ ਬਾਅਦ ਅਣਜਾਣ ਨਵੇਂ ਤਿਉਹਾਰ ਵੀ ਸਾਹਮਣੇ ਆਏ, ਜਿਵੇਂ ਕਿ ਜੀ ਉੱਠਣ ਦੇ ਦਿਨ ਵਿੱਚ ਜੀ ਉੱਠਣ ਦੀ ਰੋਟੀ ਖਾ ਕੇ ਮਨਾਉਣ ਦੀ ਬਜਾਏ ਰੰਗੀਨ ਅੰਡਿਆਂ ਅਤੇ ਖਰਗੋਸ਼ ਨਾਲ ਮਨਾਉਣਾ। ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਕਿਹਾ, ਮੇਰੇ ਸੰਤਾਂ ਨੂੰ ਮੇਰੇ ਕੋਲ ਇਕੱਠਿਆਂ ਕਰੋ, ਜਿਨ੍ਹਾਂ ਮੇਰੇ ਨਾਲ ਬਲੀਦਾਨ ਦੇ ਰਾਹੀਂ ਨੇਮ ਬੰਨਿਆ ਹੈ। ਇਸ ਲਈ ਉਹ ਕੀ ਹੈ ਜਿਸ ਨੂੰ ਪਰਮੇਸ਼ਵਰ ਨੇ ਸਬਤ ਦੇ ਦਿਨ ਦੇ ਦੁਆਰਾ ਆਪਣੇ ਲੋਕਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ? ਪਰਮੇਸ਼ਵਰ ਨੇ ਸਾਡੇ ਨਾਲ ਵਾਅਦਾ ਕੀਤਾ, ਸਬਤ ਇੱਕ ਨਿਸ਼ਾਨ ਹੋਵੇਗਾ ਜਿਸ ਵਿੱਚ ਪਰਮੇਸ਼ਵਰ ਐਲਾਨ ਕਰਦੇ ਹਨ, ਤੁਸੀਂ ਮੇਰੇ ਲੋਕ ਹੋ ਅਤੇ ਮੈਂ ਤੁਹਾਡਾ ਪਰਮੇਸ਼ਵਰ ਹਾਂ। ਇਹੀ ਕਾਰਨ ਹੈ ਕਿ ਸ਼ੈਤਾਨ ਨੂੰ ਸਬਤ ਦੇ ਦਿਨ ਤੋਂ ਬਹੁਤ ਨਫ਼ਰਤ ਹੁੰਦੀ ਹੈ। ਸ਼ੈਤਾਨ ਅਸਲ ਵਿੱਚ ਇਸ ਤੋਂ ਨਫ਼ਰਤ ਕਰਦਾ ਹੈ ਜਦੋਂ ਪਰਮੇਸ਼ਵਰ ਦੇ ਲੋਕ ਸਬਤ ਨੂੰ ਪਵਿੱਤਰ ਮੰਨਦੇ ਹਨ, ਕਿਉਂਕਿ ਹਰ ਵਾਰ ਜਦੋਂ ਪਰਮੇਸ਼ਵਰ ਦੇ ਲੋਕ ਇਸ ਨੂੰ ਮਨਾਉਂਦੇ ਹਨ ਤਾਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਜਿਨ੍ਹਾਂ ਨੇ ਆਕਾਸ਼ ਅਤੇ ਧਰਤੀ ਅਤੇ ਉਸ ਵਿੱਚ ਸਭ ਕੁਝ ਬਣਾਇਆ ਉਹ ਐਲੋਹੀਮ ਪਰਮੇਸ਼ਵਰ, ਮਤਲਬ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਹਨ। ਇਹੀ ਕਾਰਨ ਹੈ ਕਿ ਉਹ ਸਬਤ ਦੇ ਦਿਨ ਦੀ ਸੱਚਾਈ ਨੂੰ ਝੂਠੇ ਦਾਅਵੇ ਨਾਲ ਧੁੰਦਲਾ ਕਰਦੇ ਹਨ ਕਿ ਸਬਤ ਦਾ ਦਿਨ ਸਿਰਫ ਯਹੂਦੀਆਂ ਦੇ ਲਈ ਹੈ। ਆਖਿਰਕਾਰ ਉਸਨੇ ਐਤਵਾਰ ਦੀ ਆਰਾਧਨਾ, ਜੋ ਕਿ ਸੂਰਜ ਦਾ ਸਤਿਕਾਰਯੋਗ ਦਿਨ ਹੈ, ਉਸ ਨੂੰ ਸਥਾਪਿਤ ਕੀਤਾ, ਜੋ ਬਾਈਬਲ ਵਿੱਚ ਨਹੀਂ ਹੈ, ਅਤੇ ਲੋਕਾਂ ਦੀ ਅਗਵਾਈ ਇੱਕ ਹਫ਼ਤਾਵਾਰੀ ਪਰਵ ਵੱਲ ਕੀਤੀ ਜਿਸ ਵਿੱਚ ਉਹ ਸੂਰਜ ਦੇਵਤਾ ਦੀ ਉਪਾਸਨਾ ਕਰਨਗੇ। ਇਹ ਸਿਰਫ ਇੱਕ ਕਾਰਨ ਹੈ ਕਿ ਸ਼ੈਤਾਨ ਨੇ ਸਬਤ ਦੇ ਦਿਨ ਨੂੰ ਕਿਉਂ ਨਿਸ਼ਾਨਾ ਬਣਾਇਆ, ਹਾਲਾਂਕਿ ਉਸ ਦੇ ਕੋਲ ਅਜਿਹਾ ਕਰਨ ਦਾ ਇੱਕ ਹੋਰ ਕਾਰਨ ਸੀ। ਉਤਪਤ ਅਧਿਆਇ 3 ਦੇ ਅਨੁਸਾਰ ਇਹ ਦਰਜ ਕੀਤਾ ਗਿਆ ਹੈ ਕਿ ਸ਼ੈਤਾਨ ਮਾਤਾ ਪਰਮੇਸ਼ਵਰ ਦਾ ਵੈਰੀ ਹੋਵੇਗਾ ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹਦੀ ਅੱਡੀ ਨੂੰ ਡੰਗ ਮਾਰੇਗਾ। ਸਬਤ ਦਾ ਦਿਨ ਇੱਕ ਪਵਿੱਤਰ ਦਿਨ ਹੈ ਜਿਸ ਦੇ ਦੁਆਰਾ ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਵਡਿਆਈ ਵਿੱਚ ਜਿਹੜੇ ਸਿਰਜਣਹਾਰ ਹਨ ਪ੍ਰਵੇਸ਼ ਕਰ ਸਕਦੇ ਹਾਂ। ਸਬਤ ਉਹ ਦਿਨ ਹੈ ਜਿਸ ਦੇ ਦੁਆਰਾ ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਉਪਾਸਨਾ ਅਤੇ ਸਤਿਕਾਰ ਕਰ ਸਕਦੇ ਹਾਂ। ਇਸ ਕਾਰਨ ਸ਼ੈਤਾਨ ਇਸ ਦਿਨ ਨੂੰ ਕਦੇ ਵੀ ਉੱਚ ਆਦਰ ਨਹੀਂ ਦਿੰਦਾ। ਸ਼ੈਤਾਨ ਲੋਕਾਂ ਨੂੰ ਸਵਰਗੀ ਪਿਤਾ ਅਤੇ ਮਾਤਾ ਤੋਂ ਦੂਰ ਕਰ ਦਿੰਦਾ ਹੈ ਤਾਂ ਜੋ ਲੋਕ ਝੂਠੇ ਰਾਹ ਦਾ ਪਿੱਛਾ ਕਰ ਸਕਣ, ਪਰ ਉਸ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਲੋਕਾਂ ਨੇ ਜਿਹੜੇ ਐਤਵਾਰ ਦੀ ਉਪਾਸਨਾ ਕਰਦੇ ਮਨੁੱਖਾਂ ਦੇ ਹੁਕਮਾਂ ਨੂੰ ਮੰਨਦੇ ਸੀ, ਸਬਤ ਨੂੰ ਪਵਿੱਤਰ ਮਨਾਉਣ ਦੇ ਦੁਆਰਾ ਪਰਮੇਸ਼ਵਰ ਦੇ ਹੁਕਮਾਂ ਵੱਲ ਮੁੜਨਾ ਸ਼ੁਰੂ ਕਰ ਦਿੱਤਾ। ਇਸ ਦੇ ਦੁਆਰਾ ਹੀ ਸ਼ੈਤਾਨ ਦੀ ਸਾਜ਼ਿਸ਼ ਪ੍ਰਗਟ ਹੋਣੀ ਸ਼ੁਰੂ ਹੋਈ ਅਤੇ ਉਸ ਦੀ ਅਸਲੀ ਪਹਿਚਾਨ ਹੌਲੀ-ਹੌਲੀ ਪ੍ਰਗਟ ਹੋਈ। ਉਸ ਦੀ ਪਹਿਚਾਨ ਕਿਸਨੇ ਪ੍ਰਗਟ ਕੀਤੀ? ਮਸੀਹ ਖੁਦ ਆਏ ਅਤੇ ਇਹ ਕੀਤਾ। ਜੇਕਰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੂਸਰੀ ਵਾਰ ਇਸ ਧਰਤੀ ਤੇ ਨਾ ਆਏ ਹੁੰਦੇ ਅਤੇ ਸਾਡੇ ਲਈ ਰਾਹ ਨਾ ਖੋਲ੍ਹਿਆ ਹੁੰਦਾ ਤਾਂ ਅਸੀਂ ਹੁਣ ਵੀ ਇਸ ਦੁਨੀਆ ਵਿੱਚ ਪਰਮੇਸ਼ਵਰ ਤੋਂ ਆਪਣੀ ਪਿੱਠ ਫੇਰ ਕੇ
ਅਤੇ ਸੂਰਜ ਦੇਵਤਾ ਦੀ ਉਪਾਸਨਾ ਕਰਦੇ ਹੋਏ ਵੀ ਗਲਤ ਤਰੀਕੇ ਨਾਲ ਇਹ ਸੋਚ ਕੇ ਰਹਿ ਰਹੇ ਹੁੰਦੇ ਕਿ ਅਸੀਂ ਅਸਲ ਵਿੱਚ ਪਰਮੇਸ਼ਵਰ ਦੀ ਉਪਾਸਨਾ ਕਰ ਰਹੇ ਹਾਂ। ਇਸ ਦੇ ਆਧਾਰ ਤੇ ਜਦੋਂ ਪਰਮੇਸ਼ਵਰ ਨੇ ਸਾਨੂੰ ਪਸਾਹ ਦਾ ਪਰਵ ਦਿੱਤਾ ਤਾਂ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ, ਮੇਰੇ ਵੱਲ ਮੁੜੋ। ਜਦੋਂ ਅਸੀਂ ਮਲਕੀਸਿਦਕ ਦੀ ਰੀਤੀ ਦੇ ਅਨੁਸਾਰ ਦਿੱਤੇ ਗਏ ਦਸਵੰਧ ਦੇ ਬਾਰੇ ਅਤੇ ਭੇਂਟ ਦੇ ਬਾਰੇ ਵਿਚਾਰ ਕਰਦੇ ਹਾਂ ਤਾਂ ਮਲਾਕੀ ਦੀ ਕਿਤਾਬ ਵਿੱਚ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਜਦੋਂ ਪਰਮੇਸ਼ਵਰ ਨੂੰ ਪੁੱਛਿਆ ਗਿਆ, ਹੇ ਯਹੋਵਾ, ਅਸੀਂ ਕਿਹੜੀ ਗੱਲ ਵਿੱਚ ਮੁੜੀਏ? ਤਾਂ ਉਹਨੇ ਕਿਹਾ, ਦਸਵੰਧਾਂ ਅਤੇ ਭੇਂਟਾਂ ਵਿੱਚ। ਪਰਮੇਸ਼ਵਰ ਨੇ ਇਹਨਾਂ ਹੁਕਮਾਂ ਨੂੰ ਕਿਉਂ ਦਿੱਤਾ? ਕਿ ਇਹ ਸਾਰੇ ਹੁਕਮ ਸਾਡੇ ਪਰਮੇਸ਼ਵਰ ਵੱਲ ਮੁੜਨ ਅਤੇ ਮੁਕਤੀ ਪਾਉਣ ਲਈ ਪਰਮੇਸ਼ਵਰ ਦੀ ਯੋਜਨਾ ਦਾ ਇੱਕ ਭਾਗ ਨਹੀਂ? ਇਸ ਲਈ ਜ਼ਬੂਰਾਂ ਦੀ ਪੋਥੀ ਅਧਿਆਇ 50 ਵਿੱਚ ਇਹ ਲਿਖਿਆ ਹੈ, ਮੇਰੇ ਸੰਤਾਂ ਨੂੰ ਮੇਰੇ ਕੋਲ ਇਕੱਠਿਆਂ ਕਰੋ, ਜਿਨ੍ਹਾਂ ਮੇਰੇ ਨਾਲ ਬਲੀਦਾਨ ਦੇ ਰਾਹੀਂ ਨੇਮ ਬੰਨਿਆ ਹੈ। ਕਿਉਂਕਿ ਅੱਜ ਦਾ ਵਚਨ ਹੈ, ਸ਼ੈਤਾਨ ਸਬਤ ਦੇ ਦਿਨ ਨੂੰ ਨਸ਼ਟ ਕਿਉਂ ਕਰਨਾ ਚਾਹੁੰਦਾ ਸੀ। ਇਸ ਲਈ ਆਓ ਹੁਣ ਅਸੀਂ ਸਬਤ ਦੇ ਦਿਨ ਬਾਰੇ ਅਧਿਐਨ ਕਰਨ ਤੇ ਧਿਆਨ ਕੇਂਦਰਿਤ ਕਰੀਏ। ਆਓ ਉਤਪਤੀ ਕਿਤਾਬ ਅਧਿਆਇ 2 ਵਚਨ 1 ਖੋਲੀਏ। ਸੋ ਆਕਾਸ਼ ਤੇ ਧਰਤੀ ਤੇ ਉਹਨਾਂ ਦੀ ਸਾਰੀ ਵਸਤੂ ਸੰਪੂਰਨ ਕੀਤੀ ਗਈ ਅਤੇ ਪਰਮੇਸ਼ਵਰ ਨੇ 7ਵੇਂ ਦਿਨ ਆਪਣੇ ਕਾਰਜ ਨੂੰ ਜਿਹੜਾ ਉਸਨੇ ਬਣਾਇਆ ਸੀ ਸੰਪੂਰਨ ਕੀਤਾ ਅਤੇ 7ਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਉਸਨੇ ਬਣਾਇਆ ਸੀ ਵਿਹਲਾ ਹੋ ਗਿਆ। ਤਾਂ ਪਰਮੇਸ਼ਵਰ ਨੇ 7ਵੇਂ ਦਿਨ ਨੂੰ ਆਸ਼ੀਸ਼ ਦਿੱਤੀ ਅਤੇ ਉਹਨੂੰ ਇਸ ਲਈ ਪਵਿੱਤਰ ਠਹਿਰਾਇਆ। ਇੱਥੇ ਜਿੱਥੇ ਪਰਮੇਸ਼ਵਰ ਲਿਖਿਆ ਗਿਆ ਹੈ ਉਹ ਐਲੋਹਿਮ ਪਰਮੇਸ਼ਵਰ ਨੂੰ ਸੰਕੇਤ ਕਰਦਾ ਹੈ। ਇਸ ਆਇਤ ਵਿੱਚ ਇਹ ਲਿਖਿਆ ਹੈ ਕਿ ਐਲੋਹਿਮ ਪਰਮੇਸ਼ਵਰ ਨੇ 7ਵੇਂ ਦਿਨ ਨੂੰ ਆਸ਼ੀਸ਼ ਦਿੱਤੀ ਅਤੇ ਉਹਨੂੰ ਇਸ ਲਈ ਪਵਿੱਤਰ ਠਹਿਰਾਇਆ ਜੋ ਉਸ ਦਿਨ ਆਪਣੇ ਕਾਰਜ ਤੋਂ ਜਿਹੜਾ ਪਰਮੇਸ਼ਵਰ ਨੇ ਉਤਪਤ ਕਰਕੇ ਬਣਾਇਆ ਸੀ ਉਹ ਵਿਹਲਾ ਹੋ ਗਿਆ। ਇਹ ਸਿਰਜਣਹਾਰ ਦੇ ਸਮਰੱਥ ਨੂੰ ਯਾਦ ਕਰਨ ਦਾ ਦਿਨ ਹੈ। ਸਬਤ ਦਾ ਦਿਨ ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ, ਇਹ ਸਵੀਕਾਰ ਕਰਨ ਦਾ ਦਿਨ ਹੈ ਕਿ ਸਾਰੀ ਮਨੁੱਖ ਜਾਤੀ ਅਤੇ ਸਭ ਕੁਝ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੁਆਰਾ ਬਣਾਇਆ ਗਿਆ ਸੀ। ਸਬਤ ਦੇ ਦਿਨ ਅਸੀਂ ਐਲੋਹਿਮ ਪਰਮੇਸ਼ਵਰ ਦੀ ਉਪਾਸਨਾ ਕਰਦੇ ਹਾਂ ਜਿਨ੍ਹਾਂ ਨੇ ਸਭ ਕੁਝ ਬਣਾਇਆ। ਇਸ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਸ਼ੈਤਾਨ ਜਿਹੜਾ ਅਤ ਮਹਾਨ ਪਰਮੇਸ਼ਵਰ ਦੇ ਵਿਰੁੱਧ ਖੜਾ ਹੈ, ਸਬਤ ਦਾ ਦਿਨ ਪਸੰਦ ਕਰੇਗਾ? ਕਿਸੇ ਵੀ ਤਰ੍ਹਾਂ ਉਹ ਉਸ ਨੂੰ ਪਸੰਦ ਨਹੀਂ ਕਰੇਗਾ। ਇਸ ਲਈ ਉਹ ਜੰਗਲੀ ਬੂਟੀ ਬੀਜਦਾ ਹੈ। ਪਰਮੇਸ਼ਵਰ ਦੇ ਹੁਕਮ ਮਾਰਗ ਦਾ ਪ੍ਰਮੁੱਖ ਨਿਸ਼ਾਨ ਹਨ ਜੋ ਪਰਮੇਸ਼ਵਰ ਦੇ ਕੋਲ ਮੁੜਨ ਵਿੱਚ ਸਾਡੀ ਅਗਵਾਈ ਕਰਦੇ ਹਨ। ਪਰ ਸ਼ੈਤਾਨ ਦਿਸ਼ਾ ਨਿਰਦੇਸ਼ਕ ਬੋਰਡ ਨੂੰ ਮਿਟਾ ਦਿੰਦਾ ਹੈ ਜੋ ਲੋਕਾਂ ਦਾ ਸਬਤ ਮਨਾਉਣ ਵਿੱਚ ਮਾਰਗਦਰਸ਼ਨ ਕਰਦਾ ਹੈ ਅਤੇ ਇਸ ਦੀ ਬਜਾਏ ਐਤਵਾਰ ਦੀ ਉਪਾਸਨਾ ਲਿਖ ਦਿੰਦਾ ਹੈ ਅਤੇ ਪਸਾਹ ਦੀ ਬਜਾਏ ਕ੍ਰਿਸਮਸ ਲਿਖਦਾ ਹੈ। ਉਹ ਲਗਾਤਾਰ ਦਿਸ਼ਾ ਨਿਰਦੇਸ਼ਕ ਬੋਰਡ ਨੂੰ ਵਿਗਾੜਦਾ ਹੈ। ਉਹ ਇਸ ਤਰ੍ਹਾਂ ਇਸ ਲਈ ਕਰਦਾ ਹੈ ਕਿਉਂਕਿ ਇਹ ਮਾਤਾ ਪਰਮੇਸ਼ਵਰ ਦੀ ਭਵਿੱਖਬਾਣੀ ਕੀਤਾ ਗਿਆ ਵੈਰੀ ਹੈ। ਪਰਮੇਸ਼ਵਰ ਨੇ ਭਵਿੱਖਬਾਣੀ ਕੀਤੀ ਕਿ ਇਸਤਰੀ ਦੀ ਬਾਕੀ ਬਚੀ ਸੰਤਾਨ ਦਾ ਹਮਲਾ ਸ਼ੈਤਾਨ ਲਈ ਘਾਤਕ ਹੋਵੇਗਾ, ਪਰ ਸ਼ੈਤਾਨ ਉਹਨੂੰ ਸਿਰਫ ਮਾਮੂਲੀ ਨੁਕਸਾਨ ਹੀ ਪਹੁੰਚਾ ਸਕੇਗਾ। ਕਿਉਂਕਿ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਸਾਡੀ ਜਿੱਤ ਹੋਣਾ ਨਿਯੁਕਤ ਹੈ। ਸਾਨੂੰ ਦ੍ਰਿੜਤਾ ਨਾਲ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ਵਰ ਹੀ ਉਹ ਹਨ ਜਿਹੜੇ ਸਾਨੂੰ ਅੰਤ ਵਿੱਚ ਹਮੇਸ਼ਾ ਜਿੱਤ ਵੱਲ ਲੈ ਜਾਂਦੇ ਹਨ। ਸਾਨੂੰ ਸਬਤ ਦੇ ਦਿਨ ਨੂੰ ਵੀ, ਜਿਸ ਨੂੰ ਹੁਣ ਅਸੀਂ ਮਨਾ ਰਹੇ ਹਾਂ, ਸ਼ੁੱਧ ਸੋਨੇ ਨਾਲੋਂ ਵੀ ਜ਼ਿਆਦਾ ਕੀਮਤੀ ਸਮਝਣਾ ਚਾਹੀਦਾ ਹੈ। ਸਬਤ ਦਾ ਦਿਨ ਨਹੀਂ ਬਦਲਦਾ, ਭਾਵੇਂ ਸਾਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਘਰ ਵਿੱਚ ਆਨਲਾਈਨ ਉਪਾਸਨਾ ਕਰਨੀ ਪਈ। 7ਵਾਂ ਦਿਨ ਹਮੇਸ਼ਾ 7ਵਾਂ ਦਿਨ ਹੁੰਦਾ ਹੈ, ਭਾਵੇਂ ਅਸੀਂ ਮਹਾਮਾਰੀ ਵਿੱਚ ਹੋਈਏ ਜਾਂ ਨਾ ਹੋਈਏ। ਪਰਮੇਸ਼ਵਰ ਨੇ 7ਵੇਂ ਦਿਨ ਨੂੰ ਆਸ਼ੀਸ਼ ਦਿੱਤੀ ਅਤੇ ਉਹਨੂੰ ਪਵਿੱਤਰ ਠਹਿਰਾਇਆ। ਸਾਰੀ ਮਨੁੱਖ ਜਾਤੀ ਪਾਪਾਂ ਦੇ ਕਾਰਨ ਮੰਨਣ ਲਈ ਨਿਯੁਕਤ ਹੈ। ਹਾਲਾਂਕਿ ਸਬਤ ਦਾ ਦਿਨ ਮਨਾਉਣ ਨਾਲ ਅਸੀਂ ਪਰਮੇਸ਼ਵਰ ਦੀ ਧਾਰਮਿਕਤਾ ਦੇ ਨੇੜੇ ਆਉਂਦੇ ਹਾਂ। ਭਾਵੇਂ ਅਸੀਂ ਇਸ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਾਂ, ਫਿਰ ਵੀ ਪਰਮੇਸ਼ਵਰ ਹੁਣ ਵੀ ਸਾਨੂੰ ਹਰ ਸਬਤ ਦੇ ਦਿਨ ਬਦਲਦੇ ਹਨ ਅਤੇ ਪਿਤਾ ਅਤੇ ਮਾਤਾ ਜੀ ਦੇ ਪ੍ਰਤੀ ਲਗਾਤਾਰ ਸਾਡੇ ਵਿਸ਼ਵਾਸ ਦੀ ਅਗਵਾਈ ਕਰਦੇ ਹਨ। ਇਸ ਲਈ ਪਰਮੇਸ਼ਵਰ ਨੇ ਸਾਨੂੰ ਕੀ ਕਰਨ ਦਾ ਹੁਕਮ ਦਿੱਤਾ? ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ। ਪਰਮੇਸ਼ਵਰ ਜਿਹੜੇ ਆਦਿ ਤੋਂ ਹੀ ਅੰਤ ਨੂੰ ਦੇਖਦੇ ਹਨ, ਉਹਨਾਂ ਨੇ ਸਾਨੂੰ ਵਾਅਦੇ ਦੇ ਇਹਨਾਂ ਵਚਨਾਂ ਨੂੰ ਦਿੱਤਾ ਜੋ ਸਾਨੂੰ ਮੁਕਤੀ ਵੱਲ ਲੈ ਜਾਂਦੇ ਹਨ। ਆਓ ਕੂਚ ਅਧਿਆਇ 20 ਵਚਨ 8 ਪੜ੍ਹੀਏ। ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ। ਇਹ ਕਿਸ ਦੇ ਵਚਨ ਹਨ? ਇਹ ਪਰਮੇਸ਼ਵਰ ਦੇ ਵਚਨ ਹਨ। ਪਰਮੇਸ਼ਵਰ ਨੇ ਕਿਹਾ, ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ। ਪਰਮੇਸ਼ਵਰ ਦੀਆਂ ਭੇਡਾਂ ਪਰਮੇਸ਼ਵਰ ਦੀ ਆਵਾਜ਼ ਸੁਣਦੀਆਂ ਹਨ ਅਤੇ ਸ਼ੈਤਾਨ ਦੀਆਂ ਭੇਡਾਂ ਸ਼ੈਤਾਨ ਦੀ ਆਵਾਜ਼ ਸੁਣਦੀਆਂ ਹਨ। ਹਰੇਕ ਆਪਣੇ ਆਪਣੇ ਸੁਆਮੀ ਦੀ ਗੱਲ ਸੁਣਦੀ ਹੈ। ਸਾਡੀ ਆਤਮਾਵਾਂ ਦੇ ਸੁਆਮੀ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਹਨ, ਜਿਨ੍ਹਾਂ ਨੇ
ਸਵਰਗ ਅਤੇ ਧਰਤੀ ਅਤੇ ਉਹਨਾਂ ਵਿੱਚ ਸਭ ਕੁਝ ਬਣਾਇਆ। ਜੋ ਲੋਕ ਸਬਤ ਦੇ ਦਿਨ ਦੀ ਉਪਾਸਨਾ ਵਿੱਚ ਭਾਗ ਲੈਂਦੇ ਹਨ, ਜਿਸ ਦੀ ਅਗਵਾਈ ਐਲੋਹਿਮ ਪਰਮੇਸ਼ਵਰ ਕਰਦੇ ਹਨ, ਉਹ ਪੱਕੇ ਤੌਰ ਤੇ ਆਸ਼ੀਸ਼ ਪਾਉਣਗੇ। ਉਹ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਉਪਾਸਨਾ ਕਰਦੇ ਹਨ ਅਤੇ ਉਹ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦਾ ਡਰ ਮੰਨਦੇ ਹਨ। ਨਾਲ ਹੀ ਉਹ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਵਡਿਆਈ ਕਰਦੇ ਹਨ। ਸਿਰਜਣਹਾਰ ਐਲੋਹਿਮ ਪਰਮੇਸ਼ਵਰ ਨੇ ਕਿਹਾ, ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ। ਇਸ ਲਈ ਜਿਹੜੇ ਸੰਪੂਰਨ ਮਨ ਨਾਲ ਸਬਤ ਦੇ ਦਿਨ ਉਪਾਸਨਾ ਕਰਦੇ ਹਨ, ਉਹ ਕਦੇ ਵੀ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦਾ ਤਿਰਸਕਾਰ ਨਹੀਂ ਕਰ ਸਕਦੇ। ਇਹ ਇਸ ਲਈ ਹੈ ਕਿਉਂਕਿ ਜੇਕਰ ਉਹ ਉਹਨਾਂ ਦਾ ਇਨਕਾਰ ਕਰਦੇ ਹਨ ਤਾਂ ਉਹਨਾਂ ਨੂੰ ਐਲੋਹਿਮ ਪਰਮੇਸ਼ਵਰ, ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ, ਜਿਨ੍ਹਾਂ ਨੇ ਸਵਰਗ ਅਤੇ ਧਰਤੀ ਅਤੇ ਉਸ ਵਿੱਚ ਸਭ ਕੁਝ ਬਣਾਇਆ, ਨਾਲ ਸੰਬੰਧਿਤ ਹਰ ਚੀਜ਼ ਤੋਂ ਇਨਕਾਰ ਕਰਨਾ ਹੋਵੇਗਾ। ਆਓ ਕਹੋਤਾਂ ਅਧਿਆਇ 8 ਖੋਲੀਏ ਅਤੇ ਉਹ ਦ੍ਰਿਸ਼ ਦੇਖੀਏ ਜਿੱਥੇ ਸੁਲੇਮਾਨ ਨੇ ਪਰਮੇਸ਼ਵਰ ਨੂੰ ਸਭ ਕੁਝ ਬਣਾਉਂਦੇ ਹੋਏ ਦੇਖਿਆ। ਆਓ ਕਹੋਤਾਂ ਅਧਿਆਇ 8 ਵਚਨ 22 ਉੱਤੇ ਜਾਈਏ। ਯਹੋਵਾ ਨੇ ਆਪਣੇ ਕੰਮ ਕਰਨ ਦੇ ਆਰੰਭ ਵਿੱਚ ਸਗੋਂ ਆਪਣੇ ਪ੍ਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ। ਇਹ ਲਿਖਿਆ ਹੈ ਕਿ ਪਰਮੇਸ਼ਵਰ ਨੇ ਸੁਲੇਮਾਨ ਨੂੰ ਸਵਰਗ ਅਤੇ ਧਰਤੀ ਨੂੰ ਬਣਾਉਣ ਦਾ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਰਚਿਆ। ਵਚਨ 23, ਆਦਿ ਤੋਂ ਸਗੋਂ ਮੁੱਢੋਂ ਹੀ ਮੈਂ ਥਾਪੀ ਗਈ ਧਰਤੀ ਦੇ ਹੋਣ ਤੋਂ ਪਹਿਲਾਂ। ਜਿਸ ਵੇਲੇ ਡੂੰਘਾਈਆਂ ਨਹੀਂ ਸਨ, ਮੈਂ ਪੈਦਾ ਹੋਈ, ਜਦ ਵਗਦੇ ਸੋਤੇ ਨਹੀਂ ਸਨ। ਇੱਥੇ ਮੈਂ ਸੁਲੇਮਾਨ ਨੂੰ ਸੰਕੇਤ ਕਰਦਾ ਹੈ। ਆਇਤ 25, ਪਹਾੜਾਂ ਦੇ ਰੱਖਣ ਤੋਂ ਪਹਿਲਾਂ ਅਤੇ ਪਹਾੜੀਆਂ ਤੋਂ ਪਹਿਲਾਂ ਮੈਂ ਪੈਦਾ ਹੋਈ, ਜਦੋਂ ਉਹਨੇ ਨਾ ਧਰਤੀ, ਨਾ ਮੈਦਾਨ, ਨਾ ਜਗਤ ਦੀ ਪਹਿਲੀ ਧੂੜ ਹੀ ਬਣਾਈ ਸੀ। ਜਦ ਉਹਨੇ ਆਕਾਸ਼ ਕਾਇਮ ਕੀਤੇ, ਮੈਂ ਉੱਥੇ ਸਾਂ। ਜਦ ਡੂੰਘਾਈ ਉੱਤੇ ਮੰਡਲ ਠਹਿਰਾਇਆ, ਉਹ ਕਿੱਥੇ ਸੀ? ਉਹ ਉਸ ਪਲ ਨੂੰ ਦੇਖ ਰਿਹਾ ਸੀ ਜਦੋਂ ਪਰਮੇਸ਼ਵਰ ਸਾਰੀ ਵਸਤੂਆਂ ਦੀ ਸ੍ਰਿਸ਼ਟੀ ਕਰ ਰਹੇ ਸੀ। ਸੁਲੇਮਾਨ ਉੱਥੇ ਸੀ। ਜਦ ਉਹਨੇ ਆਕਾਸ਼ ਕਾਇਮ ਕੀਤੇ, ਮੈਂ ਉੱਥੇ ਸਾਂ। ਜਦ ਡੂੰਘਾਈ ਉੱਤੇ ਮੰਡਲ ਠਹਿਰਾਇਆ, ਜਦ ਉਹਨੇ ਬੱਦਲਾਂ ਨੂੰ ਉੱਪਰੋਂ ਸਥਿਰ ਕੀਤਾ ਅਤੇ ਡੂੰਘਾਈ ਦੇ ਚਸ਼ਮੇ ਤਕੜੇ ਕੀਤੇ, ਜਦ ਉਹਨੇ ਸਮੁੰਦਰ ਦੇ ਬੰਨੇ ਠਹਿਰਾਏ ਭਈ ਪਾਣੀ ਉਹਦੇ ਹੁਕਮੋਂ ਬਾਹਰ ਨਾ ਜਾਵੇ, ਜਦ ਉਹਨੇ ਧਰਤੀ ਦੀਆਂ ਨੀਹਾਂ ਠਹਿਰਾਈਆਂ, ਤਦ ਮੈਂ ਰਾਜ ਮਿਸਤਰੀ ਦੇ ਸਮਾਨ ਉਹਦੇ ਨਾਲ ਹੈ ਸਾਂ। ਬਾਈਬਲ ਦੇ ਕਿੰਗ ਜੇਮਸ ਸੰਸਕਰਣ ਵਿੱਚ ਮਿਸਤਰੀ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਗਈ ਹੈ, ਪਲਿਆ ਹੋਇਆ ਬੱਚਾ। ਮੈਂ ਨਿੱਤ ਉਹਨੂੰ ਰੁਝਾਉਂਦੀ ਤੇ ਸਦਾ ਉਹਦੇ ਅੱਗੇ ਖੇਡਦੀ ਰਹਿੰਦੀ। ਮੈਂ ਉਹਦੀ ਵਸਾਈ ਹੋਈ ਧਰਤੀ ਉੱਤੇ ਖੇਡਦੀ ਰਹਿੰਦੀ ਅਤੇ ਆਦਮ ਵੰਸ਼ੀਆਂ ਨਾਲ ਪ੍ਰਸੰਨ ਹੁੰਦੀ ਸਾਂ। ਇੱਥੇ ਲਿਖਿਆ ਹੈ ਕਿ ਜਦੋਂ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਦੀ ਸ੍ਰਿਸ਼ਟੀ ਕੀਤੀ, ਫਿਰ ਸੁਲੇਮਾਨ ਇੱਕ ਪਾਲੇ ਹੋਏ ਬੱਚੇ ਦੇ ਰੂਪ ਵਿੱਚ ਪਰਮੇਸ਼ਵਰ ਦੇ ਨਾਲ ਸੀ। ਫਿਰ ਉਹ ਪਰਮੇਸ਼ਵਰ ਕੌਣ ਹਨ ਜਿਨ੍ਹਾਂ ਨੂੰ ਸੁਲੇਮਾਨ ਨੇ ਸਾਰੀ ਵਸਤੂਆਂ ਦੀ ਸ੍ਰਿਸ਼ਟੀ ਕਰਦੇ ਦੇਖਿਆ? ਆਓ ਅਸੀਂ ਉਤਪਤੀ ਅਧਿਆਇ 1 ਵਚਨ 26 ਵਿੱਚ ਦੇਖੀਏ ਕਿ ਉਹ ਕੌਣ ਹਨ। ਤਾਂ ਪਰਮੇਸ਼ਵਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ। ਇੱਥੇ ਪਰਮੇਸ਼ਵਰ ਪਹਿਲੇ ਦਿਨ ਤੋਂ ਲੈ ਕੇ ਦੂਜੇ, ਤੀਜੇ, ਚੌਥੇ, ਪੰਜਵੇਂ ਦਿਨ ਅਤੇ 6ਵੇਂ ਦਿਨ ਤੱਕ ਆਕਾਸ਼ ਅਤੇ ਧਰਤੀ ਅਤੇ ਉਸ ਵਿੱਚ ਜੋ ਕੁਝ ਵੀ ਹੈ ਉਸ ਦੀ ਸ੍ਰਿਸ਼ਟੀ ਕਰ ਰਹੇ ਹਨ। ਅਣਗਿਣਤ ਸਵਰਗੀ ਆਤਮਿਕ ਜੀਵ ਵੀ ਪਰਮੇਸ਼ਵਰ ਦੀ ਸ੍ਰਿਸ਼ਟੀ ਦੀ ਅਦਭੁਤ ਸ਼ਕਤੀ ਨੂੰ ਦੇਖ ਰਹੇ ਹਨ। ਉਹਨਾਂ ਨੇ ਪਰਮੇਸ਼ਵਰ ਦੀ ਆਵਾਜ਼ ਸੁਣੀ, ਜਿਨ੍ਹਾਂ ਨੇ ਘੋਸ਼ਣਾ ਕੀਤੀ, ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ। ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਪਰ ਸਾਰੇ ਕਿਸਰਨ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ਵਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ। ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਪਰਮੇਸ਼ਵਰ ਜਿਨ੍ਹਾਂ ਨੇ ਅਸੀਂ ਕਿਹਾ ਆਪਣੇ ਸਰੂਪ ਦੇ ਅਨੁਸਾਰ ਨਰ ਅਤੇ ਨਾਰੀ ਦੋਨੋਂ ਬਣਾਏ ਗਏ। ਇਸ ਨੂੰ ਅਸੀਂ ਕਾਪੀ ਮਸ਼ੀਨ ਦੇ ਉਦਾਹਰਨ ਨਾਲ ਸਮਝ ਸਕਦੇ ਹਾਂ। ਮੰਨ ਲਓ ਕਿ ਅਸੀਂ ਕਾਪੀ ਕੀਤੇ ਗਏ ਦਸਤਾਵੇਜ਼ ਦੀ ਅਸਲੀ ਕਾਪੀ ਕਦੇ ਨਹੀਂ ਦੇਖੀ ਹੈ। ਹਾਲਾਂਕਿ ਜਦੋਂ ਅਸੀਂ ਕਾਪੀ ਪੇਪਰ ਤੇ ਛਪੇ ਚਿੱਤਰ ਉੱਤੇ ਇੱਕ ਨਜ਼ਰ ਪਾਈਏ, ਤਦ ਕਿ ਅਸੀਂ ਸਾਫ਼ ਤੌਰ ਤੇ ਨਹੀਂ ਪਹਿਚਾਣ ਪਾਉਂਦੇ ਕਿ ਅਸਲੀ ਕਾਪੀ ਕਿਸ ਤਰ੍ਹਾਂ ਦੀ ਦਿਸਦੀ ਹੈ। ਅਸੀਂ ਤੁਰੰਤ ਸਮਝ ਸਕਦੇ ਹਾਂ। ਹਾਲਾਂਕਿ ਇਸ ਆਇਤ ਵਿੱਚ ਪਰਮੇਸ਼ਵਰ ਨੇ ਸਪਸ਼ਟ ਤੌਰ ਤੇ ਕਾਪੀ ਸ਼ਬਦ ਦੀ ਵਰਤੋਂ ਨਹੀਂ ਕੀਤੀ, ਸਗੋਂ ਉਹਨਾਂ ਨੇ ਆਪਣੇ ਸਰੂਪ ਇਹਨਾਂ ਲਫ਼ਜ਼ਾਂ ਦੀ ਵਰਤੋਂ ਕੀਤੀ ਜੋ ਕਿ ਆਧੁਨਿਕ ਸ਼ਬਦਾਂ ਵਿੱਚ ਕਾਪੀ ਕਹਿਣ ਵਰਗਾ ਹੈ। ਕਿ ਇਸ ਦਾ ਮਤਲਬ ਇਹ ਨਹੀਂ ਕਿ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਪਰਮੇਸ਼ਵਰ ਨੇ ਖੁਦ ਦੇ ਪ੍ਰਤੀਰੂਪ ਨਾਲ ਬਣਾਇਆ। ਪਰਮੇਸ਼ਵਰ ਦੇ ਸਰੂਪ ਦੇ ਅਨੁਸਾਰ ਨਰ ਅਤੇ ਨਾਰੀ ਬਣਾਏ ਗਏ ਸੀ। ਇਸ ਲਈ ਅਸੀਂ ਸਪਸ਼ਟ ਰੂਪ ਨਾਲ ਸਮਝ ਸਕਦੇ ਹਾਂ ਕਿ ਪਰਮੇਸ਼ਵਰ ਦਾ ਅਸਲੀ ਸਰੂਪ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਜਿਸ ਵਿੱਚ ਨਰ ਸਰੂਪ ਦਾ ਪਰਮੇਸ਼ਵਰ ਅਤੇ ਨਾਰੀ ਸਰੂਪ ਦੀ ਪਰਮੇਸ਼ਵਰ ਹੋਵੇ।
ਸਾਰੇ ਲੋਕ ਇਸ ਗੱਲ ਨੂੰ ਦੱਸਦੇ ਹਨ ਕਿ ਨਰ ਸਰੂਪ ਦਾ ਪਰਮੇਸ਼ਵਰ ਪਿਤਾ ਪਰਮੇਸ਼ਵਰ ਹੈ। ਫਿਰ ਸਾਡੇ ਲਈ ਨਾਰੀ ਸਰੂਪ ਦੇ ਪਰਮੇਸ਼ਵਰ ਨੂੰ ਕੀ ਕਹਿਣਾ ਕੁਦਰਤੀ ਹੋਵੇਗਾ? ਸਾਨੂੰ ਉਹਨਾਂ ਨੂੰ ਮਾਤਾ ਪਰਮੇਸ਼ਵਰ ਕਹਿਣਾ ਚਾਹੀਦਾ ਹੈ। ਪਹਿਲੇ ਦਿਨ ਦੀ ਸ੍ਰਿਸ਼ਟੀ, ਦੂਜੇ ਦਿਨ ਦੀ ਸ੍ਰਿਸ਼ਟੀ, ਤੀਸਰੇ ਦਿਨ ਦੀ ਸ੍ਰਿਸ਼ਟੀ, ਚੌਥੇ ਦਿਨ ਦੀ ਸ੍ਰਿਸ਼ਟੀ, ਪੰਜਵੇਂ ਦਿਨ ਦੀ ਸ੍ਰਿਸ਼ਟੀ ਅਤੇ ਛੇਵੇਂ ਦਿਨ ਦੀ ਸ੍ਰਿਸ਼ਟੀ ਵੀ ਸਿਰਜਣਹਾਰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਮਤਲਬ ਐਲੋਹਿਮ ਪਰਮੇਸ਼ਵਰ ਨੇ ਕੀਤੀ। ਉਤਪਤੀ ਕਿਤਾਬ ਅਧਿਆਇ 1 ਵਚਨ 1 ਵਿੱਚ ਪਰਮੇਸ਼ਵਰ ਜਿਨ੍ਹਾਂ ਨੇ ਆਦਿ ਵਿੱਚ ਆਕਾਸ਼ ਅਤੇ ਧਰਤੀ ਨੂੰ ਬਣਾਇਆ, ਪੱਕੇ ਤੌਰ ਨਾਲ ਆਪਣੇ ਦਸਤਖਤ ਦੇ ਰੂਪ ਵਿੱਚ ਐਲੋਹਿਮ ਦੇ ਰੂਪ ਵਿੱਚ ਵਰਣਨ ਕੀਤੇ ਗਏ ਹਨ। ਪਰਮੇਸ਼ਵਰ ਨੇ ਸਪਸ਼ਟ ਕੀਤਾ ਕਿ ਉਹਨਾਂ ਨੇ ਇਸ ਨੂੰ ਇਕੱਲੇ ਨਹੀਂ ਕੀਤਾ। ਇਸ ਲਈ ਉਹਨਾਂ ਨੇ ਅਸੀਂ ਸ਼ਬਦ ਤੇ ਵਾਰ-ਵਾਰ ਜ਼ੋਰ ਦੇ ਕੇ ਕਿਹਾ, ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ। ਫਿਰ ਕੀ ਇਸ ਗੱਲ ਨੂੰ ਸਮਝਣਾ ਬਹੁਤ ਸੌਖਾ ਨਹੀਂ ਹੈ ਕਿ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਪੱਕਾ ਮੌਜੂਦ ਹਨ? ਪਿਤਾ ਪਰਮੇਸ਼ਵਰ ਨੇ ਪਵਿੱਤਰ ਸ਼ਾਸਤਰ ਦੇ ਦੁਆਰਾ ਕਿਹਾ, ਮੈਂ ਤੇਰੇ ਅਤੇ ਇਸ ਇਸਤਰੀ ਦੇ ਵਿੱਚ ਵੈਰ ਪੈਦਾ ਕਰਾਂਗਾ। ਇਹੀ ਕਾਰਨ ਹੈ ਜਿਸ ਚੀਜ਼ ਨਾਲ ਸ਼ੈਤਾਨ ਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ, ਉਹ ਹੈ ਮਾਤਾ ਪਰਮੇਸ਼ਵਰ ਦਾ ਪ੍ਰਗਟ ਹੋਣਾ। ਸ਼ੈਤਾਨ ਕਿਸੇ ਹੋਰ ਤੋਂ ਵਧੀਆ ਜਾਣਦਾ ਹੈ ਕਿ ਮਨੁੱਖ ਜਾਤੀ ਮਾਤਾ ਪਰਮੇਸ਼ਵਰ ਦੇ ਪ੍ਰਗਟ ਹੁੰਦੇ ਹੀ ਉਹਨਾਂ ਕੋਲ ਮੁੜ ਜਾਵੇਗੀ। ਇਸ ਕਾਰਨ ਉਹ ਮਾਤਾ ਪਰਮੇਸ਼ਵਰ ਨੂੰ ਪਹਿਚਾਨਣ ਵਿੱਚ ਰੁਕਾਵਟ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਹਨਾਂ ਤਰੀਕਿਆਂ ਵਿੱਚੋਂ ਇੱਕ ਐਤਵਾਰ ਦੀ ਉਪਾਸਨਾ ਹੈ। ਉਹ ਲੋਕਾਂ ਦੇ ਮਨ ਨੂੰ ਪਰੇਸ਼ਾਨ ਕਰਕੇ ਉਹਨਾਂ ਨੂੰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਉਪਾਸਨਾ ਨਹੀਂ ਕਰਨ ਦਿੰਦਾ ਅਤੇ ਧੋਖਾ ਦੇ ਕੇ ਸੂਰਜ ਦੇਵਤਾ ਦੀ ਉਪਾਸਨਾ ਕਰਨ ਵਿੱਚ ਉਹਨਾਂ ਦਾ ਮਨ ਲਗਾਉਂਦਾ ਹੈ। ਅਸੀਂ ਈਸਾਈ ਧਰਮ ਦੇ ਇਤਿਹਾਸ ਦੇ ਦੁਆਰਾ ਇਸ ਮਾਮਲੇ ਨਾਲ ਸੰਬੰਧਿਤ ਸਪਸ਼ਟ ਸਬੂਤ ਵੀ ਪਾ ਸਕਦੇ ਹਾਂ। ਸਾਨੂੰ ਸਭ ਤੋਂ ਪਹਿਲਾਂ ਆਤਮਿਕ ਦੁਨੀਆ ਬਾਰੇ ਸਮਝਣਾ ਚਾਹੀਦਾ ਹੈ ਜੋ ਪਰਮੇਸ਼ਵਰ ਦੇ ਬਚਨਾਂ ਦੁਆਰਾ ਬਣਾਈ ਗਈ ਸੀ। ਸਾਰੇ ਲੋਕੋ, ਇਹੀ ਕਾਰਨ ਹੈ ਕਿ ਸਵਰਗ ਦਾ ਰਾਹ ਚੌੜਾ ਨਹੀਂ ਹੈ ਜਿਸ ਨੂੰ ਬਹੁਤ ਸਾਰੇ ਲੋਕ ਦੇਖ ਅਤੇ ਸਮਝ ਸਕਦੇ ਹਨ, ਬਲਕਿ ਉਹ ਇੱਕ ਭੀੜਾ ਰਾਹ ਹੈ। ਉਹ ਜਿਹੜੇ ਸਾਨੂੰ ਇਸ ਭੀੜੇ ਰਾਹ ਨੂੰ ਲੱਭਣ ਲਈ ਸਾਡੀ ਅਗਵਾਈ ਕਰਦੇ ਹਨ, ਸਾਡੇ ਪਰਮੇਸ਼ਵਰ ਹਨ। ਕੋਈ ਮੇਰੇ ਕੋਲ ਆ ਨਹੀਂ ਸਕਦਾ ਜੇ ਪਿਤਾ ਜਿਹਨੇ ਮੈਨੂੰ ਘੱਲਿਆ ਉਹਨੂੰ ਨਾ ਖਿੱਚੇ। ਸਿਰਫ ਇਹ ਗੱਲ ਹੀ ਕਿ ਅਸੀਂ ਇੱਥੇ ਹਾਂ ਇਹ ਦਿਖਾਉਂਦੀ ਹੈ ਕਿ ਅਸੀਂ ਉਹੀ ਹਾਂ ਜਿਨ੍ਹਾਂ ਲਈ ਪਰਮੇਸ਼ਵਰ ਚਿੰਤਿਤ ਹਨ। ਉਹ ਪਰਮੇਸ਼ਵਰ ਹਨ ਜਿਨ੍ਹਾਂ ਨੇ ਸਾਨੂੰ ਇਸ ਜਗ੍ਹਾ ਤੇ ਆਉਣ ਦੀ ਆਗਿਆ ਦਿੱਤੀ। ਅਸੀਂ ਸ਼ਾਇਦ ਇਹ ਸੋਚ ਸਕਦੇ ਹਾਂ ਕਿ ਅਸੀਂ ਇੱਥੇ ਆਏ ਕਿਉਂਕਿ ਸਾਡੇ ਗੁਆਂਢੀ ਨੇ ਸਾਨੂੰ ਕਿਹਾ ਆਓ ਬਾਈਬਲ ਦਾ ਅਧਿਐਨ ਕਰੀਏ, ਪਰ ਅਸੀਂ ਇੱਥੇ ਇਸ ਤਰ੍ਹਾਂ ਨਹੀਂ ਆਏ ਹਾਂ। ਪਰਮੇਸ਼ਵਰ ਦੁਆਰਾ ਇਸ ਕੰਮ ਨੂੰ ਕਰਨ ਲਈ ਬੁਲਾਇਆ ਜਾਣਾ ਊਂਠ ਦਾ ਸੂਈ ਦੇ ਨੱਕੇ ਤੋਂ ਨਿਕਲ ਜਾਣ ਤੋਂ ਵੀ ਜ਼ਿਆਦਾ ਔਖਾ ਹੈ। ਇਸ ਕਰਕੇ ਸਾਨੂੰ ਇਸ ਰਾਹ ਦਾ ਜੋ ਸਾਨੂੰ ਦਿੱਤਾ ਗਿਆ ਹੈ ਤਿਰਸਕਾਰ ਨਹੀਂ ਕਰਨਾ ਚਾਹੀਦਾ ਕਿ ਸਾਨੂੰ ਇਸ ਕੀਮਤੀ ਰਸਤੇ ਉੱਤੇ ਉਦੋਂ ਤੱਕ ਨਹੀਂ ਚੱਲਣਾ ਚਾਹੀਦਾ ਜਦੋਂ ਤੱਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਲੈਂਦੇ। ਸਬਤ ਦਾ ਦਿਨ ਜਿਹੜਾ ਸਿਰਜਣਹਾਰ ਦੀ ਸਮਰੱਥ ਨੂੰ ਯਾਦ ਕਰਨ ਦਾ ਦਿਨ ਹੈ, ਪਰਮੇਸ਼ਵਰ ਸਿਯੋਨ ਪਰਿਵਾਰ ਦੇ ਮੈਂਬਰਾਂ ਦੀਆਂ ਅੱਖਾਂ ਖੋਲ੍ਹਦੇ ਹਨ। ਐਲੋਹਿਮ ਦਾ ਮਤਲਬ ਬਹੁਵਚਨ ਦੇ ਪਰਮੇਸ਼ਵਰ ਹਨ। ਫਿਰ ਇਸ ਤਰ੍ਹਾਂ ਕਿਉਂ ਹੈ ਕਿ ਨਰ ਅਤੇ ਨਾਰੀ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਏ ਗਏ ਹਨ? ਜੇਕਰ ਅਸੀਂ ਨਰ ਸਰੂਪ ਦੇ ਪਰਮੇਸ਼ਵਰ ਨੂੰ ਪਿਤਾ ਪਰਮੇਸ਼ਵਰ ਕਹਿੰਦੇ ਹਾਂ ਤਾਂ ਸਾਨੂੰ ਨਾਰੀ ਸਰੂਪ ਦੀ ਪਰਮੇਸ਼ਵਰ ਨੂੰ ਕੀ ਕਹਿਣਾ ਚਾਹੀਦਾ ਹੈ? ਇਸ ਤਰ੍ਹਾਂ ਪਰਮੇਸ਼ਵਰ ਸਾਡੇ ਪੱਕੇ ਸੰਕਲਪ ਨੂੰ ਤੋੜਨ ਦਾ ਰਸਤਾ ਖੋਲ੍ਹ ਰਹੇ ਹਨ ਤਾਂ ਜੋ ਅਸੀਂ ਉਸ ਦੁਨੀਆ ਵਿੱਚ ਕਦਮ ਰੱਖ ਸਕੀਏ ਜਿਹੜੀ ਅਸਲ ਵਿੱਚ ਪਰਮੇਸ਼ਵਰ ਦੁਆਰਾ ਬਣਾਈ ਗਈ ਸੀ। ਸ਼ੈਤਾਨ ਪੱਕਾ ਸੰਕਲਪ ਬਣਾਉਂਦਾ ਹੈ ਅਤੇ ਲੋਕਾਂ ਲਈ ਬਾਈਬਲ ਦੀ ਸਹੀ ਵਿਆਖਿਆ ਨੂੰ ਸਪਸ਼ਟ ਰੂਪ ਨਾਲ ਦੇਖਣ ਦੇ ਮੌਕੇ ਵਿੱਚ ਰੁਕਾਵਟ ਪਾਉਂਦਾ ਹੈ। ਇਸ ਲਈ ਪਰਮੇਸ਼ਵਰ ਕਹਿੰਦੇ ਹਨ, ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ। ਸਬਤ ਦਾ ਦਿਨ ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ ਸਿਰਫ ਇਸ ਲਈ ਮਹੱਤਵਪੂਰਨ ਨਹੀਂ ਕਿਉਂਕਿ ਇਹ 7ਵਾਂ ਦਿਨ ਹੈ। ਜਦੋਂ ਅਸੀਂ ਸਬਤ ਦੇ ਦਿਨ ਦੇ ਮਤਲਬ ਨੂੰ ਧਿਆਨ ਨਾਲ ਦੇਖੀਏ ਤਾਂ ਅਸੀਂ ਸ਼ੈਤਾਨ ਅਤੇ ਸਾਡੀ ਆਤਮਿਕ ਮਾਤਾ ਜੋ ਸਿਰਜਣਹਾਰ ਹਨ ਵਿਚਕਾਰ ਦੇ ਯੁੱਧ ਅਤੇ ਸ਼ੈਤਾਨ ਦੀ ਸੰਤਾਨ ਅਤੇ ਇਸਤਰੀ ਦੀ ਬਾਕੀ ਸੰਤਾਨ ਦੇ ਵਿਚਕਾਰ ਦੀ ਲੜਾਈ ਨੂੰ ਦੇਖ ਸਕਦੇ ਹਾਂ। ਇਹੀ ਕਾਰਨ ਹੈ ਕਿ ਇਸਤਰੀ ਦੀ ਬਾਕੀ ਸੰਤਾਨ ਅੰਤ ਤੱਕ ਪੂਰੀ ਤਰ੍ਹਾਂ ਨਾਲ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਨ ਕਰਦੀ ਹੈ, ਕਿਉਂਕਿ ਜਦੋਂ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਨ ਕੀਤਾ ਜਾਂਦਾ ਹੈ ਫਿਰ ਪਰਮੇਸ਼ਵਰ ਦੇ ਕੋਲ ਮੁੜਨ ਦਾ ਰਾਹ ਖੁੱਲ੍ਹ ਜਾਂਦਾ ਹੈ। ਆਓ ਅਸੀਂ ਕੂਚ ਦੀ ਕਿਤਾਬ ਅਧਿਆਇ 31 ਵਚਨ 13 ਵਿੱਚ ਪਰਮੇਸ਼ਵਰ ਦੇ ਵਚਨਾਂ ਨੂੰ ਦੇਖੀਏ। ਤੂੰ ਇਜ਼ਰਾਈਲੀਆਂ ਨੂੰ ਬੋਲ, ਭਾਈ ਮੇਰੇ ਸਬਤਾਂ ਦੀ ਜ਼ਰੂਰ ਮਨੋਤ ਕਰਿਓ, ਕਿਉਂ ਜੋ ਉਹ ਮੇਰੇ ਵਿੱਚ ਅਤੇ ਤੁਹਾਡੇ ਵਿੱਚ ਤੁਹਾਡੀਆਂ ਪੀੜ੍ਹੀਆਂ ਤੀਕ ਇੱਕ ਨਿਸ਼ਾਨ ਹੈ। ਭਾਈ ਤੁਸੀਂ ਜਾਣੋ ਕਿ ਮੈਂ ਯਹੋਵਾ
ਤੁਹਾਡਾ ਪਵਿੱਤਰ ਕਰਨ ਵਾਲਾ ਹਾਂ। ਉਹ ਹੁਕਮ ਜਿਹੜਾ ਸਾਨੂੰ ਪਰਮੇਸ਼ਵਰ ਨੂੰ ਜਾਣਨ ਦਿੰਦਾ ਹੈ ਸਬਤ ਦਾ ਦਿਨ ਹੈ। ਫਿਰ ਕੀ ਤੁਹਾਨੂੰ ਲੱਗਦਾ ਹੈ ਕਿ ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਪਰਮੇਸ਼ਵਰ ਨੂੰ ਜਾਣੀਏ? ਨਹੀਂ, ਉਹ ਨਹੀਂ ਚਾਹੁੰਦਾ। ਇਸ ਲਈ ਉਸਨੇ ਸਬਤ ਦੇ ਦਿਨ ਨੂੰ ਐਤਵਾਰ ਦੀ ਉਪਾਸਨਾ ਵਿੱਚ ਬਦਲ ਦਿੱਤਾ। ਅਸੀਂ ਸਿਰਫ ਸੋਚ ਸਕਦੇ ਹਾਂ ਕਿਉਂਕਿ ਇਹ ਸਹੀ ਹੈ ਕਿ ਸਬਤ ਦਾ ਦਿਨ 7ਵਾਂ ਦਿਨ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਮੈਂ ਇਸ ਨੂੰ ਮਨਾਵਾਂ ਤਾਂ ਮੈਂ ਹੋਰ ਜ਼ਿਆਦਾ ਧਨ ਹੋ ਸਕਦਾ ਹਾਂ, ਪਰ ਇਹ ਆਤਮਿਕ ਦੁਨੀਆ ਵਿੱਚ ਇੱਕ ਅਦਭੁਤ ਘਟਨਾ ਹੈ। ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਮੈਂ ਆਪਣੇ ਆਪ ਨੂੰ ਸ਼ੈਤਾਨ ਦੇ ਦੁਆਰਾ ਕਾਬੂ ਹੋਣ ਦਿਆਂਗਾ ਜਾਂ ਪਰਮੇਸ਼ਵਰ ਦੀ ਅਗਵਾਈ ਵਿੱਚ ਚੱਲਾਂਗਾ। ਪਰਮੇਸ਼ਵਰ ਦੇ ਹੁਕਮ ਇੰਨੇ ਮਹੱਤਵਪੂਰਨ ਨਹੀਂ ਹਨ। ਸਾਨੂੰ ਇਹ ਸੋਚਣ ਦੇਣ ਲਈ ਸ਼ੈਤਾਨ ਹਰ ਪ੍ਰਕਾਰ ਦੇ ਸੰਭਵ ਸਿਧਾਂਤ ਬਣਾਉਂਦਾ ਹੈ ਅਤੇ ਲੋਕਾਂ ਨੂੰ ਬਾਈਬਲ ਦੇ ਵਚਨਾਂ ਤੋਂ ਜ਼ਿਆਦਾ ਉਹਨਾਂ ਚੀਜ਼ਾਂ ਦੇ ਵੱਲ ਆਕਰਸ਼ਿਤ ਹੋਣ ਲਈ ਅਗਵਾਈ ਕਰਦਾ ਹੈ। ਸਾਰੇ ਲੋਕੋ ਕਿ ਦਾਊਦ ਬੁੱਧੀਮਾਨ ਨਹੀਂ ਸੀ, ਕਿ ਰਾਜਾ ਸੁਲੇਮਾਨ ਵੀ ਬੁੱਧੀਮਾਨ ਨਹੀਂ ਸੀ। ਪਰਮੇਸ਼ਵਰ ਕੋਲੋਂ ਡਰ ਅਤੇ ਉਹਦੀਆਂ ਆਗਿਆ ਨੂੰ ਮੰਨ, ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ। ਇਹ ਉਹ ਸ਼ਬਦ ਹਨ ਜਿਨ੍ਹਾਂ ਨੂੰ ਬੁੱਧੀਮਾਨ ਸੁਲੇਮਾਨ ਨੇ ਅੰਤਿਮ ਸਿੱਟੇ ਵਜੋਂ ਕੱਢੇ ਸੀ। ਪਰਮੇਸ਼ਵਰ ਨੇ ਸਾਨੂੰ ਸਬਤ ਦਾ ਦਿਨ ਮਨਾਉਣ ਦਾ ਹੁਕਮ ਦਿੱਤਾ, ਪਰ ਉਹ ਸਿਰਫ ਸ਼ੈਤਾਨ ਹੈ ਜਿਹੜਾ ਲੋਕਾਂ ਨੂੰ ਸਬਤ ਦਾ ਦਿਨ ਮਨਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਉਹ ਸਬਤ ਦੇ ਦਿਨ ਨੂੰ ਸਾਡੀ ਯਾਦ ਵਿੱਚੋਂ ਮਿਟਾ ਦਿੰਦਾ ਹੈ ਅਤੇ ਸਾਨੂੰ ਇਹ ਸੋਚਣ ਦਿੰਦਾ ਹੈ ਕਿ ਕਿਸੇ ਵੀ ਦਿਨ ਉਪਾਸਨਾ ਕਰਨਾ ਠੀਕ ਹੈ। ਪਰਮੇਸ਼ਵਰ ਨੇ ਕਿਹਾ ਕਿ ਸਬਤ ਦਾ ਦਿਨ ਪਰਮੇਸ਼ਵਰ ਅਤੇ ਸਾਡੇ ਵਿੱਚ ਇੱਕ ਨਿਸ਼ਾਨ ਹੈ ਅਤੇ ਅਸੀਂ ਸਬਤ ਦੇ ਦਿਨ ਦੇ ਦੁਆਰਾ ਪਰਮੇਸ਼ਵਰ ਨੂੰ ਜਾਣ ਸਕਦੇ ਹਾਂ। ਪਰ ਸ਼ੈਤਾਨ ਇਸ ਕੰਮ ਵਿੱਚ ਰੁਕਾਵਟ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਉਹ ਆਪਣੇ ਕੰਮ ਲਈ ਹਰ ਸੰਭਵ ਕਾਰਨ ਬਣਾਉਂਦਾ ਹੈ, ਪਰ ਸਾਨੂੰ ਅਜਿਹੇ ਸਿਧਾਂਤਾਂ ਵੱਲ ਝੁਕਣ ਦੀ ਲੋੜ ਨਹੀਂ ਹੈ। ਆਓ ਅਸੀਂ ਬਾਈਬਲ ਵਿੱਚ 2 ਤਿਮੋਥਿਉਸ ਅਧਿਆਇ 4 ਖੋਲ੍ਹ ਕੇ ਇੱਕ ਹੋਰ ਆਇਤ ਦੇਖੀਏ। ਆਓ ਅਧਿਆਇ 4 ਵਚਨ 1 ਪੜ੍ਹੀਏ। ਮੈਂ ਪਰਮੇਸ਼ਵਰ ਅਤੇ ਮਸੀਹ ਯੇਸ਼ੂ ਨੂੰ, ਜਿਹੜਾ ਜਿਉਂਦਿਆਂ ਅਤੇ ਮੋਇਆਂ ਦਾ ਨਿਆਂ ਕਰੇਗਾ, ਗਵਾਹ ਕਰਕੇ ਉਹਦੇ ਪ੍ਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਤੈਨੂੰ ਤਕੀਦ ਕਰਦਾ ਹਾਂ। ਹਾਂ ਭਾਈ, ਤੂੰ ਵਚਨ ਦਾ ਪ੍ਰਚਾਰ ਕਰ। ਇੱਥੇ ਪਰਮੇਸ਼ਵਰ ਨੇ ਸਾਨੂੰ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਲਈ ਕਿਹਾ। ਜਿਨ੍ਹਾਂ ਨੇ ਕਿਹਾ ਤੂੰ ਭਲੇ ਅਤੇ ਬੁਰੇ ਦੀ ਸਿਆਣ ਦੇ ਬਿਰਛ ਦਾ ਫਲ ਨਾ ਖਾਈ, ਪਰ ਸੰਸਾਰ ਸ਼ੈਤਾਨ ਦੇ ਵਚਨਾਂ ਦਾ ਪ੍ਰਚਾਰ ਕਰ ਰਿਹਾ ਹੈ, ਜਿਸ ਨੇ ਕਿਹਾ ਉਸ ਵਿੱਚੋਂ ਖਾਣਾ ਠੀਕ ਹੈ। ਇੱਥੇ ਵਚਨ ਦਾ ਪ੍ਰਚਾਰ ਕਰ, ਇਸ ਦਾ ਮਤਲਬ ਹੈ ਕਿ ਸਾਨੂੰ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਗਿਆ ਹੈ। ਅਸੀਂ ਪਰਮੇਸ਼ਵਰ ਦੇ ਵਚਨ ਵਿੱਚ ਐਤਵਾਰ ਦੀ ਉਪਾਸਨਾ ਅਤੇ ਕ੍ਰਿਸਮਸ ਕਿੱਥੇ ਪਾ ਸਕਦੇ ਹਾਂ? ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹਿ, ਪੂਰੀ ਧੀਰਜ ਅਤੇ ਸਿੱਖਿਆ ਨਾਲ ਝਿੜਕਦੇ, ਤਾੜਨਾ ਅਤੇ ਤਕੀਦ ਕਰ। ਵਚਨ 3, ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ ਅਤੇ ਸੱਚਾਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੇ ਵੱਲ ਫਿਰਨਗੇ। ਇਸ ਲਈ ਜੇਕਰ ਅਸੀਂ ਇਸ ਤਰ੍ਹਾਂ ਦੇ ਲੋਕਾਂ ਨਾਲ ਸੰਗਤੀ ਕਰਦੇ ਰਹੀਏ ਅਤੇ ਉਹਨਾਂ ਨਾਲ ਗੱਲ ਕਰਦੇ ਰਹੀਏ ਤਾਂ ਅਸੀਂ ਆਪਣੀ ਸਮਝ ਗਵਾ ਦਿੰਦੇ ਹਾਂ। ਕਿਹੜੀ ਵੱਡੀ ਗੱਲ ਹੈ ਕਿ ਸਬਤ ਦਾ ਦਿਨ ਸ਼ਨੀਵਾਰ ਹੈ ਜਾਂ ਐਤਵਾਰ? ਇਸ ਤਰ੍ਹਾਂ ਦੇ ਵਿਚਾਰ ਸਾਡੇ ਮਨਾਂ ਵਿੱਚ ਆਉਂਦੇ ਹਨ। ਆਓ ਪਹਿਲਾ ਤਿਮੋਥਿਉਸ ਅਧਿਆਇ 6 ਉੱਤੇ ਜਾਈਏ। ਅਧਿਆਇ 6 ਵਚਨ 3 ਵਿੱਚ ਇਹ ਲਿਖਿਆ ਹੈ, ਜੇ ਕੋਈ ਹੋਰ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਖਰੀਆਂ ਗੱਲਾਂ ਅਰਥਾਤ ਸਾਡੇ ਪ੍ਰਭੂ ਯੀਸ਼ੂ ਮਸੀਹ ਦੀਆਂ ਨੂੰ ਅਤੇ ਉਸ ਸਿੱਖਿਆ ਨੂੰ ਜੋ ਭਗਤੀ ਅਨੁਸਾਰ ਹੈ ਨਹੀਂ ਮੰਨਦਾ। ਮਸੀਹ ਦੇ ਵਚਨ ਅਰਥਾਤ ਪਰਮੇਸ਼ਵਰ ਦੇ ਵਚਨ ਬਾਈਬਲ ਦੀਆਂ ਸੱਚੀਆਂ ਗੱਲਾਂ ਹਨ, ਪਰ ਸ਼ੈਤਾਨ ਦੇ ਸ਼ਬਦ ਸੱਚੀਆਂ ਗੱਲਾਂ ਨਹੀਂ ਹਨ, ਉਹ ਸਭ ਝੂਠ ਹਨ। ਇਸ ਲਈ ਸਾਨੂੰ ਪਰਮੇਸ਼ਵਰ ਦੇ ਵਚਨ ਨੂੰ ਮੰਨਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਲਈ ਸਾਡੇ ਵਿਚਾਰ ਪਰਮੇਸ਼ਵਰ ਦੇ ਵਚਨਾਂ ਨਾਲ ਜੁੜੇ ਹੋਣੇ ਚਾਹੀਦੇ ਹਨ। ਆਓ ਅਸੀਂ ਆਇਤ 3 ਫਿਰ ਤੋਂ ਪੜ੍ਹੀਏ। ਜੇ ਕੋਈ ਹੋਰ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਖਰੀਆਂ ਗੱਲਾਂ ਅਰਥਾਤ ਸਾਡੇ ਪ੍ਰਭੂ ਯੀਸ਼ੂ ਮਸੀਹ ਦੀਆਂ ਨੂੰ ਅਤੇ ਉਸ ਸਿੱਖਿਆ ਨੂੰ ਜੋ ਭਗਤੀ ਅਨੁਸਾਰ ਹੈ ਨਹੀਂ ਮੰਨਦਾ, ਤਾਂ ਉਹ ਕੀ ਹੋ ਗਿਆ ਹੈ? ਹੰਕਾਰਿਆ ਹੋਇਆ ਹੈ ਅਤੇ ਕੁਝ ਨਹੀਂ ਜਾਣਦਾ ਹੈ, ਜਿਸ ਦਾ ਮਤਲਬ ਹੈ ਕਿ ਉਹ ਪਰਮੇਸ਼ਵਰ ਦੇ ਵਚਨ ਤੋਂ ਅਣਜਾਣ ਹੈ। ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ-ਫੇਰ ਦੀ ਬਿਮਾਰੀ ਲੱਗੀ ਹੋਈ ਹੈ, ਜਿਸ ਕਰਕੇ ਖਾਰ, ਝਗੜਾ, ਕੁਫਰ, ਬਦਗੁਮਾਨੀਆਂ ਅਤੇ ਟੰਟੇ ਉਹਨਾਂ ਮਨੁੱਖਾਂ ਵਿੱਚ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਕੀ ਹੋ ਗਈ ਹੈ, ਜਿਨ੍ਹਾਂ ਦੀ ਬੁੱਧ ਵਿਗੜੀ ਹੋਈ ਹੈ ਅਤੇ ਜਿਨ੍ਹਾਂ ਕੋਲੋਂ ਸੱਚਾਈ ਜਾਂਦੀ ਰਹੀ ਅਤੇ ਉਹ ਭਗਤੀ ਨੂੰ ਖੱਟੀ ਦਾ ਵਸੀਲਾ ਸਮਝਦੇ ਹਨ।
ਸਾਨੂੰ ਪਰਮੇਸ਼ਵਰ ਦੇ ਵਚਨ ਨੂੰ ਮੰਨਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਇਸਤਰੀ ਦੀ ਬਾਕੀ ਸੰਤਾਨ ਅਰਥਾਤ ਪਰਮੇਸ਼ਵਰ ਦੀ ਸੰਤਾਨ ਪਰਮੇਸ਼ਵਰ ਦੇ ਹੁਕਮਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਲਈ ਕੁਦਰਤੀ ਰੂਪ ਨਾਲ ਕੀ ਹੋਵੇਗਾ? ਵਿਵਾਦ ਅਤੇ ਝਗੜੇ ਉਤਪੰਨ ਹੋਣਗੇ, ਆਤਮਿਕ ਯੁੱਧ ਹੋਵੇਗਾ। ਸ਼ੈਤਾਨ ਪੂਰੀ ਦੁਨੀਆ ਦੀ ਝੂਠ ਦੇ ਰਾਹ ਉੱਤੇ ਅਗਵਾਈ ਕਰ ਰਿਹਾ ਹੈ, ਪਰ ਪਰਮੇਸ਼ਵਰ ਸਾਨੂੰ ਮੁਕਤੀ ਦੇ ਰਾਹ ਉੱਤੇ ਲੈ ਜਾ ਰਹੇ ਹਨ, ਜਿਸ ਤੋਂ ਅਸੀਂ ਜਿਉਂਦੇ ਰਹਿ ਸਕੀਏ। ਸ਼ੈਤਾਨ ਕਿਉਂ ਸਬਤ ਦੇ ਦਿਨ ਨੂੰ ਨਸ਼ਟ ਕਰਨਾ ਚਾਹੁੰਦਾ ਸੀ, ਜਿਸ ਨੂੰ ਪਰਮੇਸ਼ਵਰ ਨੇ ਸਾਨੂੰ ਦਿੱਤਾ? ਦਾਨੀਏਲ ਨਬੀ ਨੇ ਕਿਹਾ, ਅਰ ਚਾਹੇਗਾ ਕਿ ਮੁਕਰਰ ਸਮਿਆਂ ਤੇ ਵਿਵਸਥਾ ਨੂੰ ਬਦਲ ਦੇਵੇ। ਜਿਹੜੇ ਪਰਮੇਸ਼ਵਰ ਦੇ ਵਿਰੁੱਧ ਖੜੇ ਸੀ, ਉਹਨਾਂ ਨੇ ਮੁਕਰਰ ਸਮਿਆਂ ਤੇ ਵਿਵਸਥਾ ਨੂੰ ਬਦਲਣ ਦੀ ਕੋਸ਼ਿਸ਼ ਕਿਉਂ ਕੀਤੀ? ਉਹਨਾਂ ਨੇ ਸਬਤ ਦੇ ਦਿਨ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹਨਾਂ ਦਾ ਉਦੇਸ਼ ਪਰਮੇਸ਼ਵਰ ਅਤੇ ਪਰਮੇਸ਼ਵਰ ਦੇ ਲੋਕਾਂ ਲਈ ਘਾਤਕ ਪ੍ਰਹਾਰ ਕਰਨਾ ਹੈ। ਪਰਮੇਸ਼ਵਰ ਨੇ ਸਾਨੂੰ ਕਿਹਾ, ਕਿਉਂ ਜੋ ਉਹ ਮੇਰੇ ਵਿੱਚ ਅਤੇ ਤੁਹਾਡੇ ਵਿੱਚ ਤੁਹਾਡੀਆਂ ਪੀੜ੍ਹੀਆਂ ਤੱਕ ਇੱਕ ਨਿਸ਼ਾਨ ਹੈ, ਭਈ ਤੁਸੀਂ ਜਾਣੋ ਕਿ ਮੈਂ ਯਹੋਵਾ ਤੁਹਾਡਾ ਪਵਿੱਤਰ ਕਰਨ ਵਾਲਾ ਹਾਂ। ਸਾਨੂੰ ਸਬਤ ਦਾ ਦਿਨ ਮਨਾਉਣਾ ਚਾਹੀਦਾ ਹੈ। ਸਬਤ ਇੱਕ ਅਜਿਹਾ ਦਿਨ ਹੈ ਜਦੋਂ ਅਸੀਂ ਸਵਰਗੀ ਪਿਤਾ ਅਤੇ ਮਾਤਾ ਜੀ ਨੂੰ ਸਵਰਗ ਅਤੇ ਧਰਤੀ ਅਤੇ ਉਸ ਵਿੱਚ ਸਭ ਕੁਝ ਬਣਾਉਣ ਦੀ ਉਹਨਾਂ ਦੀ ਸਮਰੱਥ ਲਈ ਮਹਿਮਾ ਦਿੰਦੇ ਅਤੇ ਉਪਾਸਨਾ ਚੜਾਉਂਦੇ ਹਾਂ। ਪਰਮੇਸ਼ਵਰ ਨੇ ਕਿਹਾ ਕਿ ਉਹ ਆਪਣੀਆਂ ਸਾਰੀਆਂ ਸੰਤਾਨਾਂ ਨੂੰ ਸਵਰਗੀ ਕੋਠੇ ਵਿੱਚ ਲਿਆਉਣਗੇ। ਜਦੋਂ ਪਰਮੇਸ਼ਵਰ ਇਸ ਤਰ੍ਹਾਂ ਕਰਨਗੇ, ਤਦ ਪਰਮੇਸ਼ਵਰ ਉਹਨਾਂ ਲੋਕਾਂ ਵਿਚਕਾਰ ਜੋ ਸਵਰਗੀ ਕੋਠੇ ਵਿੱਚ ਜਾਣਗੇ ਅਤੇ ਜੋ ਸਦੀਪਕ ਨਰਕ ਦੀ ਅੱਗ ਵਿੱਚ ਜਾਣਗੇ, ਕਿਵੇਂ ਭੇਦ ਕਰਨਗੇ? ਉਹਨਾਂ ਕੋਲ ਪੱਕਾ ਨਿਸ਼ਾਨ ਹੈ ਕਿ ਇਸ ਲਈ ਪਰਮੇਸ਼ਵਰ ਨੇ ਇਸ ਤਰ੍ਹਾਂ ਨਹੀਂ ਕਿਹਾ ਕਿ ਉਹ ਪਸਾਹ ਨੂੰ ਆਪਣੇ ਨਿਸ਼ਾਨ ਦੇ ਰੂਪ ਵਿੱਚ ਸਾਡੇ ਮੱਥੇ ਉੱਤੇ ਲਗਾਉਣਗੇ। ਪਰਮੇਸ਼ਵਰ ਨੇ ਉਹਨਾਂ ਵਿਚਕਾਰ ਜੋ ਪਰਮੇਸ਼ਵਰ ਦੇ ਹੁਕਮਾਂ ਦੇ ਅੰਦਰ ਹਨ ਅਤੇ ਜੋ ਨਹੀਂ ਹਨ, ਇੱਕ ਨਿਸ਼ਚਿਤ ਅੰਤਰ ਠਹਿਰਾਇਆ ਹੈ। ਕਿਉਂ ਸ਼ੈਤਾਨ ਸਾਨੂੰ ਸਬਤ ਨੂੰ ਮਨਾਉਣ ਤੋਂ ਰੋਕਣ ਲਈ ਹਰ ਪ੍ਰਕਾਰ ਦੀ ਕੋਸ਼ਿਸ਼ ਕਰ ਰਿਹਾ ਹੈ? ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਸ਼ੈਤਾਨ ਅਤੇ ਯਰੂਸ਼ਲਮ ਸਾਡੀ ਸਵਰਗੀ ਮਾਤਾ ਦੇ ਵਿਚਕਾਰ ਦੁਸ਼ਮਣੀ ਹੈ, ਜਿਵੇਂ ਕਿ ਪਰਮੇਸ਼ਵਰ ਨੇ ਕਿਹਾ, ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਵੈਰ ਪਾਵਾਂਗਾ। ਇਸ ਲਈ ਸ਼ੈਤਾਨ ਉਸ ਰਾਹ ਦੇ ਉਲਟ ਰਾਹ ਵਿੱਚ ਮਨੁੱਖ ਜਾਤੀ ਦੀ ਅਗਵਾਈ ਕਰ ਰਿਹਾ ਹੈ, ਜਿੱਥੇ ਮਾਤਾ ਜੀ ਉਹਨਾਂ ਦੀ ਅਗਵਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਕਾਸ਼ ਦੀ ਪੋਥੀ ਅਧਿਆਇ 12 ਦੇ ਅਨੁਸਾਰ ਅਜਗਰ ਇਸਤਰੀ ਦੀ ਬਾਕੀ ਸੰਤਾਨ ਨਾਲ ਯੁੱਧ ਕਰਨ ਲਈ ਕਿੱਥੇ ਜਾ ਖੜਾ ਹੋਇਆ? ਉਹ ਸਮੁੰਦਰ ਦੇ ਬਰੇਤੇ ਉੱਤੇ ਜਾ ਖੜਾ ਹੋਇਆ। ਇੱਕੋ ਸਮੂਹ ਜਿਹੜਾ ਧਰਤੀ ਉੱਤੇ ਸ਼ੈਤਾਨ ਦੇ ਵਿਰੁੱਧ ਲੜ ਸਕਦਾ ਹੈ, ਉਹ ਇਸਤਰੀ ਦੀ ਬਾਕੀ ਸੰਤਾਨ ਹੈ। ਭਾਵੇਂ ਇਸ ਤਰ੍ਹਾਂ ਲੱਗਦਾ ਹੈ ਕਿ ਕਈ ਵੱਖ-ਵੱਖ ਸੰਪਰਦਾਵਾਂ ਹਨ, ਪਰ ਅਸਲ ਵਿੱਚ ਉਹ ਸਾਰੇ ਇੱਕ ਹੀ ਹਨ। ਚਾਹੇ ਅਸੀਂ ਕਿੰਨੀ ਵੀ ਮੁਸ਼ਕਲਾਂ ਦਾ ਸਾਹਮਣਾ ਕਰੀਏ, ਸਾਨੂੰ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ ਨਾ? ਅਸੀਂ ਸਬਤ ਦੇ ਦਿਨ ਨੂੰ ਸੰਸਾਰ ਦੀ ਕਿਸੇ ਹੋਰ ਵਸਤੂ ਨਾਲ ਬਦਲ ਨਹੀਂ ਸਕਦੇ। ਆਓ ਅਸੀਂ ਇਸਤਰੀ ਦੀ ਬਾਕੀ ਸੰਤਾਨ ਬਣੀਏ, ਜੋ ਐਲੋਹਿਮ ਪਰਮੇਸ਼ਵਰ, ਸਿਰਜਣਹਾਰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਉਪਾਸਨਾ ਕਰਦੇ ਹਨ ਅਤੇ ਉਹਨਾਂ ਨੂੰ ਮਹਿਮਾ ਦਈਏ। ਆਸ ਕਰਦੇ ਹੋਏ ਕਿ ਸਦੀਪਕ ਸਵਰਗ ਦੇ ਰਾਜ ਵਿੱਚ ਪਹੁੰਚਣ ਤੱਕ ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਦੇ ਮਾਰਗ ਦਾ ਪਾਲਨ ਕਰਾਂਗੇ। ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।